Hanji, welcome to the Herbal Earth and good evening to all of you. Good evening, sir. Good evening. ਅੱਜ ਸਾਡੇ ਨਾਲ JS ਵਿਰਕ ਜੀ ਫਗਵਾੜਾ ਤੋਂ MBBS FAMS FCGP PGT GM ਜੁੜੇ ਹਨ ਤੇ ਹਰ ਵਾਰ ਦੀ ਤਰ੍ਹਾਂ ਅੱਜ ਆਪਾਂ ਫੇਰ ਇੱਕ ਨਵੇਂ ਟੌਪਿਕ ਨਾਲ ਤੁਹਾਡੇ ਸਾਰਿਆਂ ਨਾਲ ਜੁੜੇ ਹਾਂ ਤੇ ਤੁਸੀਂ ਪਲੀਜ਼ ਆਪਣੇ ਜਿਹੜੇ ਨੋਟਸ ਆ ਰੈਡੀ ਰੱਖੋ। ਜੋ ਵੀ ਤੁਹਾਡੇ ਕੁਐਸਚਨਸ ਹੈਗੇ ਆ ਹਮੇਸ਼ਾ ਦੀ ਤਰ੍ਹਾਂ ਐਟ ਦ ਐਂਡ ਆਫ ਦ ਡਿਸਕਸ਼ਨ ਤੁਸੀਂ ਡਾਕਟਰ ਸਾਹਿਬ ਨਾਲ ਡਿਸਕਸ ਕਰ ਸਕਦੇ ਹੋ। ਤੇ ਜਿਹੜਾ ਸਾਡਾ ਅੱਜ ਦਾ ਟੌਪਿਕ ਹੈ ਬਹੁਤ ਹੀ ਇੰਪੋਰਟੈਂਟ ਹੈ, ਦੈਟ ਵਾਟ ਡੂ ਯੂ ਨੋ ਆਲ ਅਬਾਊਟ ਕੈਂਸਰ। ਤੁਸੀਂ ਸਾਰੇ ਕੈਂਸਰ ਬਾਰੇ ਕੀ ਜਾਣਦੇ ਹੋ? ਇਹ ਬਹੁਤ ਮੇਜਰ ਪ੍ਰੋਬਲਮ ਹੈ ਤੇ ਬਹੁਤ ਹੀ ਧਿਆਨ ਨਾਲ ਸੁਣੋ ਕਿ ਡਾਕਟਰ ਸਾਹਿਬ ਸਾਨੂੰ ਇਸ ਬਾਰੇ ਕਿਹੜੀਆਂ ਗੱਲਾਂ ਜਿਹੜੀਆਂ ਹੈਗੀਆਂ ਇੰਪੋਰਟੈਂਟ ਦੱਸਦੇ ਹੈਗੇ ਆ। ਵੈਲਕਮ ਡਾਕਟਰ ਸਾਹਿਬ। ਥੈਂਕ ਯੂ ਜੀ ਚੇਤਨਾ ਜੀ। ਮੈਂ ਸਭ ਤੋਂ ਪਹਿਲਾਂ ਆਪਣੇ ਸਾਰੇ ਸੁਣਨ ਵਾਲੇ ਭੈਣ ਭਰਾਵਾਂ ਦਾ ਬਹੁਤ ਹੀ ਸਵਾਗਤ ਕਰਦਾ ਹਾਂ ਇਸ ਵੈਬੀਨਾਰ ਦੇ ਵਿੱਚ। ਔਰ ਅੱਜ ਦਾ ਸਾਡਾ ਟੌਪਿਕ ਜਿਹੜਾ ਹੈ ਉਹ ਬਹੁਤ ਹੀ ਇੰਪੋਰਟੈਂਟ ਹੈ ਔਰ ਇਹਦੇ ਬਾਰੇ ਜਾਣਨਾ ਮੇਰਾ ਖਿਆਲ ਹੈ ਕਿ ਹਰ ਇੱਕ ਦਾ ਬਹੁਤ ਜ਼ਰੂਰੀ ਕੰਮ ਹੈ ਕਿ ਉਹ ਇਸ ਬਾਰੇ ਜਾਣਕਾਰੀ ਪ੍ਰਾਪਤ ਕਰੇ। ਤੇ ਆਓ ਅਸੀਂ ਇਸ ਬਾਰੇ ਜਾਣਦੇ ਹਾਂ ਕਿ ਕੈਂਸਰ ਕੀ ਹੈ। ਕੈਂਸਰ is only going to be a chapter in your life, not the whole story। ਜੋ ਵਾਸਰ ਹੁਣੀ ਕਹਿੰਦੇ ਆ ਕਿ ਇਹ ਕੈਂਸਰ ਇੱਕ ਸਿਰਫ ਲਾਈਫ ਦਾ ਚੈਪਟਰ ਹੈ, ਸਾਰੀ ਸਟੋਰੀ ਲਾਈਫ ਦੀ ਨਹੀਂ ਹੈ। ਸੋ ਇਹਨੂੰ ਇਸ ਤਰੀਕੇ ਦੇ ਨਾਲ ਦੇਖਣਾ ਚਾਹੀਦਾ ਹੈਗਾ ਆ। ਤੇ ਹੁਣ ਆਨੇ ਆ ਕਿ ਇਸ ਜਿਹੜਾ ਕੈਂਸਰ ਹੈਗਾ ਆ ਇਹ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਇੱਕ ਨਾਰਮਲ ਸੈੱਲ ਕੀ ਹੁੰਦਾ ਆ। ਨਾਰਮਲ ਸੈੱਲ ਦੇ ਵਿੱਚ ਇੱਕ DNA ਹੁੰਦੇ ਆ, ਨਾਰਮਲ ਨੰਬਰ ਆਫ ਕ੍ਰੋਮੋਸੋਮ ਉਹਦੇ ਵਿੱਚ ਹੁੰਦੇ ਆ ਜਿਹੜੇ ਕਿ ਸਾਨੂੰ ਆਦਮੀ ਤੇ ਦੂਸਰੇ ਪਸ਼ੂਆਂ ਤੋਂ ਸੈਪਰੇਟ ਕਰਦੇ ਹੈਗੇ ਆ। ਇਹ ਡਿਫਰੈਂਟ ਸਪੀਸ਼ੀਜ਼ ਦੇ ਵਿੱਚ ਡਿਫਰੈਂਟ ਐਨੀਮਲਸ ਦੇ ਵਿੱਚ ਡਿਫਰੈਂਟ ਦੇ ਸਪੀਸ਼ੀਜ਼ ਦੇ ਵਿੱਚ ਵੱਖ-ਵੱਖ ਹੁੰਦੇ ਆ। ਜਿਸ ਤਰ੍ਹਾਂ ਕਿ ਆਦਮੀ ਦੇ ਵਿੱਚ 23 ਪੇਅਰਸ ਹੁੰਦੇ ਹੈਗੇ ਆ। ਕੈਂਸਰ ਸੈੱਲ ਜਿਹੜੇ ਆ ਉਹਦੇ ਵਿੱਚ ਅਬਨੋਰਮਲ ਨੰਬਰ ਆਫ ਕ੍ਰੋਮੋਸੋਮਸ ਹੁੰਦੇ ਆ DNA ਦੇ ਵਿੱਚ। ਤੇ ਜਿਹੜਾ DNA ਉਹਨਾਂ ਦੇ ਵਿੱਚ ਹੈਗਾ ਆ, ਜਿਹੜਾ ਮਤਲਬ ਜੈਨੇਟਿਕ ਮਟੀਰੀਅਲ ਜਿਹਨੂੰ ਅਸੀਂ ਕਹਿੰਦੇ ਆ, ਉਹ ਬਹੁਤ ਅਬਨੋਰਮਲ ਉਹਦੇ ਵਿੱਚ DNAs ਹੋ ਜਾਂਦੇ ਆ ਤੇ ਕਈ ਉਹਨਾਂ ਦੇ ਵਿੱਚ ਤਰੇੜਾਂ ਆ ਜਾਂਦੀਆਂ ਤੇ ਮੋਟੇਸ਼ਨਸ ਆ ਜਾਂਦੀਆਂ ਹੈਗੀਆਂ ਆ। ਤੇ ਇਹ ਜਿਹੜੇ ਤਰੇੜਾਂ ਆ ਜਾਂਦੀਆਂ ਜਾਂ ਉਹਦੇ ਵਿੱਚ ਮੋਟੇਸ਼ਨਸ ਆ ਜਾਂਦੀਆਂ ਹੈਗੀਆਂ ਆ, ਉਹ ਇਹਨੂੰ ਮਤਲਬ ਕੈਂਸਰ ਨੂੰ ਹੋਣ ਦੇ ਵਿੱਚ ਕਾਫੀ ਮਦਦ ਕਰਦੀਆਂ ਹੈ ਤੇ ਉਹ ਸੈੱਲ ਜਿਹੜਾ ਹੈ ਫਿਰ ਉਹ ਕੈਂਸਰਸ ਬਣ ਜਾਂਦਾ ਹੈਗਾ ਆ। ਇਹ ਇੱਕ ਨਾਰਮਲ ਸੈੱਲ ਤੇ ਕੈਂਸਰ ਸੈੱਲ ਦੀ ਫੋਟੋ ਦੱਸੀ ਹੋਈ ਹੈਗੀ ਆ। ਨੰਬਰ 1 ਜਿਹੜੀ ਪਹਿਲੀ ਤਸਵੀਰ ਹੈਗੀ ਆ ਇਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਨਾਰਮਲ ਸੈੱਲ ਜਿਹੜੇ ਹੈਗੇ ਆ ਉਹ ਡਿਫਰੈਂਟ ਹੈਗੇ ਆ ਤੇ ਜਿਹੜੇ ਕੈਂਸਰਸ ਸੈੱਲ ਲਾਲ ਹੈਗੇ ਆ ਇਹ ਬਹੁਤ ਤੇਜ਼ੀ ਦੇ ਨਾਲ ਵੱਧਦੇ ਆ ਔਰ ਇਹ ਬੜੇ ਬੇਢੰਗੇ ਜਿਹੇ ਹੁੰਦੇ ਹੈਗੇ ਆ ਔਰ ਇੱਕ ਦੂਜੇ ਦੇ ਨਾਲ ਇਹ ਕਿਸ ਤਰ੍ਹਾਂ ਇੱਕ ਦੂਜੇ ਨਾਲ ਜੁੜੇ ਹੋਏ ਹੈਗੇ ਆ। ਦੂਜੇ ਨੰਬਰ ਤੇ ਇਹਨਾਂ ਦੇ ਸਾਈਜ਼ ਔਰ ਇਹਨਾਂ ਦਾ ਸਾਈਜ਼ ਜਿਹੜਾ ਨਾਰਮਲ ਸੈੱਲ ਆ ਉਹਨਾਂ ਦਾ ਸਾਈਜ਼ ਤਕਰੀਬਨ ਇੱਕੋ ਜਿਹਾ ਹੁੰਦਾ ਆ ਔਰ ਜਿਹੜੇ ਇਹਨਾਂ ਦੀ ਸ਼ੇਪ ਹੈਗੀ ਆ ਔਰ ਸਾਈਜ਼ ਹੈਗਾ ਆ ਕੈਂਸਰ ਸੈਲਸ ਦਾ ਉਹ ਡਿਫਰੈਂਟ ਹੋ ਜਾਂਦਾ ਹੈਗਾ, ਵੱਖ-ਵੱਖ ਹੋ ਜਾਂਦਾ ਹੈਗਾ ਆ। ਜਿਹੜੇ ਨਾਰਮਲ ਸੈਲਸ ਹੈਗੇ ਆ ਉਹਨਾਂ ਦੇ ਵਿੱਚ ਸਿਰਫ ਇੱਕ ਨਿਊਕਲੀਅਸ ਬਹੁਤ ਹੁੰਦਾ ਆ ਤੇ ਜਿਹੜਾ ਕੈਂਸਰ ਸੈੱਲ ਵਿੱਚ ਇੱਕ ਨਿਊਕਲੀਅਸ ਬਹੁਤ ਵੱਡਾ ਹੁੰਦਾ ਆ, ਡਾਰਕਰ ਜ਼ਿਆਦਾ ਡਾਰਕ ਹੁੰਦਾ ਹੈਗਾ ਆ ਔਰ ਬੇਢੰਗਾ ਹੁੰਦਾ ਹੈਗਾ ਆ ਕਿਉਂਕਿ ਇਹਦੇ ਵਿੱਚ ਜਿਹੜੇ DNA ਹੈਗੇ ਆ ਉਹ ਬੜੇ ਅਬਨੋਰਮਲ ਹੁੰਦੇ ਹੈਗੇ ਆ। ਤੇ ਇਹਦੇ ਵਿੱਚ ਜਿਹੜੇ ਕ੍ਰੋਮੋਸੋਮਸ ਹੈਗੇ ਆ ਨਿਊਕਲੀਅਸ ਦੇ ਵਿੱਚ ਨਾਰਮਲ ਸੈੱਲ ਵਿੱਚ ਸੇਮ ਰਹਿੰਦੇ ਹੈਗੇ ਆ ਤੇ ਜਿਹੜਾ ਅਬਨੋਰਮਲ ਕੈਂਸਰ ਸੈੱਲ ਹੈਗਾ ਇੱਕ ਤਾਂ ਉਹ ਵੈਸੇ ਬੇਢੰਗਾ ਹੁੰਦਾ ਆ ਤੇ ਉਹਦੇ ਵਿੱਚ ਜਿਹੜੇ ਕ੍ਰੋਮੋਸੋਮ ਹੈਗੇ ਆ ਉਹ ਵੀ ਕੋਈ ਅਰੇਂਜਮੈਂਟ ਵੀ ਉਹਦਾ ਠੀਕ ਨਹੀਂ ਹੁੰਦਾ, ਡਿਸਆਰਗਨਾਈਜ਼ਡ ਫੈਸ਼ਨ ਦੇ ਨਾਲ ਹੁੰਦਾ ਹੈਗੇ ਆ। ਫਿਰ ਜਿਹੜੇ ਸੈਲਸ ਹੈਗੇ ਆ ਉਹ ਕਲਸਟਰ ਦੇ ਵਿੱਚ ਇਸ ਤਰ੍ਹਾਂ ਹੁੰਦੇ ਹੈਗੇ ਆ, ਬੜੇ ਵਧੀਆ ਤਰੀਕੇ ਦੇ ਨਾਲ ਹੁੰਦੇ ਆ। ਹਰ ਸੈੱਲ ਦੀ ਬਾਉਂਡਰੀ ਹੁੰਦੀ ਆ, ਇੱਕ ਦੂਜੇ ਦੇ ਨਾਲ ਮਿਲੇ ਉਹ ਨਹੀਂ ਹੁੰਦੇ, ਡਿਫਰੈਂਟ ਸੈੱਲ ਵਾਲ ਹੁੰਦੀ ਆ, ਇੱਕ ਦੂਜੇ ਨੂੰ ਡਿਫਰੈਂਸ਼ੀਏਟ ਕਰ ਸਕਦੇ ਹੈਗੇ ਆ। ਜਿਹੜੇ
ਕੈਂਸਰ ਸੈਲਸ ਹੁੰਦੇ ਆ ਉਹਨਾਂ ਦੇ ਵਿੱਚ ਕੋਈ ਡਿਫਰੈਂਸੀਏਸ਼ਨ ਨਹੀਂ ਹੈ, ਇੱਕ ਦੂਜੇ ਦੇ ਨਾਲ ਮਿਲੇ ਹੋਏ ਹੁੰਦੇ ਆ। ਉਹਨਾਂ ਦੀਆਂ ਵਾਲਸ ਜਿਹੜੀਆਂ ਹੈਗੀਆਂ ਉਹ ਵੀ ਇੱਕ ਬਾਉਂਡਰੀ ਵਾਲ ਜਿਹੜੀਆਂ ਆ ਉਹ ਵੀ ਆਦਮੀ ਦੇਖ ਠੀਕ ਤਰ੍ਹਾਂ ਪਹਿਚਾਣ ਨਹੀਂ ਸਕਦਾ। ਸੋ ਇਹ ਕੁਛ ਇੱਕ ਡਿਫਰੈਂਸ ਹੈਗੇ ਆ ਜਿਹੜੇ ਕਿ ਕੈਂਸਰ ਸੈਲਸ ਦੇ ਵਿੱਚ ਔਰ ਨਾਰਮਲ ਸੈਲਸ ਦੇ ਵਿੱਚ ਹੁੰਦੇ ਆ। ਵਾਟ ਇਜ਼ ਕੈਂਸਰ? ਕੈਂਸਰ ਕੀ ਚੀਜ਼ ਹੈਗਾ ਆ? ਕੈਂਸਰ ਇੱਕ ਡਿਜ਼ੀਜ਼ ਹੈਗੀ ਆ ਜਿਹਦੇ ਵਿੱਚ ਬਾਡੀ ਦੇ ਸੈੱਲ ਅਨਕੰਟਰੋਲੇਬਲੀ ਗਰੋ ਕਰਦੇ ਆ ਤੇ ਸਪਰੈਡ ਕਰਦੇ ਆ, ਫੈਲਦੇ ਆ ਅਦਰ ਪਾਰਟਸ ਆਫ ਦ ਬਾਡੀ। ਇੱਕ ਤਾਂ ਉਹ ਮਤਲਬ ਬੇਤਹਾਸ਼ਾ ਜਿਹੜੇ ਆ ਗਰੋ ਕਰੀ ਜਾਂਦੇ ਹੈਗੇ ਆ। ਨਾਰਮਲ ਸੈੱਲ ਹੈਗੇ ਆ ਇੱਕ ਸਟੇਜ ਦੇ ਉੱਤੇ ਆ ਕੇ ਉਹਨਾਂ ਦੀ ਜਿਹੜੀ ਗਰੋਥ ਆ ਉਹ ਰੁਕ ਜਾਂਦੀ ਆ, ਪਰ ਜਿਹੜੇ ਕੈਂਸਰ ਸੈੱਲ ਆ ਉਹ ਗਰੋ ਕਰੀ ਜਾਂਦੇ ਆ। ਉਹਨਾਂ ਦੇ ਵਿੱਚ ਕੋਈ ਕੰਟਰੋਲ ਨਹੀਂ ਹੁੰਦਾ, ਅਨਕੰਟਰੋਲ ਹੁੰਦਾ ਉਹਨਾਂ ਦੇ ਵਿੱਚ। ਜਿਹੜਾ ਕੈਂਸਰ ਸੈੱਲ ਹੈਗੇ ਆ ਇਹ ਕਿਤੇ ਵੀ ਬਾਡੀ ਦੇ ਪਾਰਟ ਦੇ ਵਿੱਚ ਸਟਾਰਟ ਹੋ ਜਾਂਦੇ ਆ ਤੇ ਇਹ ਮਤਲਬ ਟ੍ਰਿਲੀਅਨਸ ਆਫ ਸੈਲਸ ਜਿਹੜੇ ਹੈਗੇ ਆ ਇਹ ਹੁੰਦੇ ਆ। ਨਾਰਮਲੀ ਜਿਹੜੇ ਹਿਊਮਨ ਸੈਲਸ ਗਰੋ ਜਿਹੜੇ ਆ ਮਲਟੀਪਲਾਈ ਕਰਦੇ ਆ, ਇਹ ਪ੍ਰੋਸੈਸ ਆਫ ਸੈੱਲ ਡਿਵੀਜ਼ਨ ਕਰਦੇ ਆ ਕਿ 1 ਤੋਂ 2 ਹੋ ਗਏ, 2 ਤੋਂ 4 ਹੋ ਗਏ ਤੇ ਨਵੇਂ ਸੈਲਸ ਬਣੀ ਜਾਂਦੇ ਹੈਗੇ ਆ ਜਿੱਦਾਂ ਜਿੱਦਾਂ ਜ਼ਰੂਰਤ ਪੈਂਦੀ ਹੈਗੀ ਆ। ਤੇ ਜਦੋਂ ਸੈੱਲ ਗਰੋ ਕਰਦਾ 올ਡ ਜਿਹੜਾ ਹੈਗਾ ਆ ਉਹ ਡੈਮੇਜ ਹੋ ਜਾਂਦਾ ਆ ਤੇ ਉਹ ਡਾਈ ਹੋ ਜਾਂਦਾ, ਉਹ ਮਰ ਜਾਂਦਾ ਹੈਗਾ ਆ। ਨਵੇਂ ਸੈੱਲ ਉਹਦੀ ਜਗ੍ਹਾ ਲੈ ਲੈਂਦੇ ਹੈਗੇ ਆ। ਸਮਟਾਈਮਸ ਕੀ ਹੁੰਦਾ ਆ ਕਿ ਇਹ ਆਰਡਰਲੀ ਪ੍ਰੋਸੈਸ ਜਿਹੜਾ ਬ੍ਰੇਕਡਾਊਨ ਹੋ ਜਾਂਦਾ ਆ ਤੇ ਅਬਨੋਰਮਲ ਸੈਲਸ ਔਰ ਡੈਮੇਜ ਸੈੱਲ ਜਿਹੜੇ ਆ ਉਹੀ ਗਰੋ ਕਰਨ ਲੱਗ ਪੈਂਦੇ ਔਰ ਮਲਟੀਪਲਾਈ ਕਰਨ ਲੱਗ ਪੈਂਦੇ ਹੈਗੇ ਆ, ਜਿਹੜੇ ਕਿ ਕਰਨੇ ਨਹੀਂ ਚਾਹੀਦੇ। ਇਹ ਸੈੱਲ ਜਿਹੜੇ ਹੈਗੇ ਆ ਇਹ ਵੱਡੇ ਹੋ ਜਾਂਦੇ ਆ ਤੇ ਰਸੌਲੀਆਂ ਬਣਾ ਦਿੰਦੇ ਆ। ਜਿਹੜੇ ਮਤਲਬ ਰਸੌਲੀਆਂ ਦਾ ਲੰਪ ਜਿਹੜਾ ਹੈਗਾ ਆ ਉਹ ਬਣੀ ਜਾਂਦਾ ਹੈਗਾ ਆ। ਇਹ ਜਿਹੜੇ ਟਿਊਮਰਸ ਹੈਗੇ ਆ ਇਹ ਕੈਂਸਰਸ ਵੀ ਹੋ ਜਾਂਦੇ ਆ ਤੇ ਜਿਹੜੇ ਰਸੌਲੀਆਂ ਹੈਗੀਆਂ ਆ ਉਹ ਬਿਨਾਂ ਕੈਂਸਰ ਤੋਂ ਵੀ ਹੋ ਜਾਂਦੀਆਂ ਹੈਗੀਆਂ ਆ। ਸਪਰੈਡ ਆਫ ਕੈਂਸਰ ਫੈਲਦਾ ਕਿੱਦਾਂ ਆ? ਕੈਂਸਰ ਟਿਊਮਰ ਜਿਹੜਾ ਆ ਇਹ ਇੱਕ ਤਾਂ ਲੋਕਲ ਅੱਗੇ ਤੋਂ ਅੱਗੇ ਵਧੀ ਜਾਂਦਾ, ਜਿਹੜਾ ਕਿ ਲਾਗੇਲੇ ਟਿਸ਼ੂ ਹੈਗੇ ਆ ਉਹਨਾਂ ਨੂੰ ਦਬਾਈ ਜਾਂਦਾ ਆ ਤੇ ਡਿਸਟੈਂਟ ਪਲੇਸਿਸ ਤੇ ਵੀ ਚੱਲ ਜਾਂਦਾ ਆ, ਜਿੱਦਾਂ ਕਿ ਬਲੱਡ ਵੈਸਲਸ ਦੇ ਥਰੂ ਤੇ ਲਿੰਫੈਟਿਕ ਵੈਸਲ ਜਿਹੜੀਆਂ ਹੁੰਦੀਆਂ ਉਹਨਾਂ ਦੇ ਥਰੂ, ਉਹਨਾਂ ਨੂੰ ਅਸੀਂ ਮੈਟਾਸਟੇਸਿਸ ਕਹਿੰਦੇ ਆ ਜਦੋਂ ਦੂਸਰੀ ਜਗ੍ਹਾ ਦੇ ਉੱਤੇ ਚੱਲ ਜਾਂਦਾ ਹੈਗਾ ਆ। ਕੈਂਸਰ ਟਿਊਮਰ ਜਿਹੜੇ ਹੈਗੇ ਆ ਉਹ ਉਹਨਾਂ ਨੂੰ ਅਸੀਂ ਮੈਲੀਗਨੈਂਟ ਟਿਊਮਰ ਵੀ ਕਹਿੰਦੇ ਹੈਗੇ ਆ। ਜਿਹੜੇ ਬਹੁਤ ਸਾਰੇ ਟਿਊਮਰ ਹੁੰਦੇ ਆ ਉਹ ਸੋਲਿਡ ਹੁੰਦੇ ਆ, ਸਖਤ ਹੁੰਦੇ ਆ। ਕੈਂਸਰ ਜਿਹੜਾ ਬਲੱਡ ਦਾ ਹੈਗਾ ਆ ਉਹ ਸੋਲਿਡ ਨਹੀਂ ਹੋ ਸਕਦਾ ਕਿਉਂਕਿ ਉਹ ਇੱਕ ਤਰਲ ਪਦਾਰਥ ਹੈਗਾ ਆ ਤੇ ਉਹ ਜਿੱਦਾਂ ਕਿ ਲੁਕੀਮੀਆਸ ਜਿਹੜੇ ਹੈਗੇ ਜਿੰਨੇ ਵੀ ਹੈਗੇ ਆ ਉਹ ਤਰਲੇ ਹੀ ਹੁੰਦੇ ਹੈਗੇ ਆ। ਬਿਨਾਈਨ ਟਿਊਮਰ ਹੁੰਦੇ ਜਿਹੜੇ ਨਾਨ ਕੈਂਸਰਸ ਹੁੰਦੇ ਹੈਗੇ ਆ ਉਹ ਇੱਕ ਦੂਜੇ ਵੱਧਦੇ ਨਹੀਂ ਹੈ, ਜ਼ਿਆਦਾ ਦੂਰ ਨਹੀਂ ਜਾਂਦੇ, ਫੈਲਦੇ ਨਹੀਂ ਹੈ ਤੇ ਨਾ ਹੀ ਉਹ ਇਨਵੇਡ ਕਰਦੇ ਆ ਦੂਸਰੇ ਨੀਅਰ ਬਾਈ ਟਿਸ਼ੂਜ਼ ਨੂੰ। ਤੇ ਜਦੋਂ ਉਹਨਾਂ ਨੂੰ ਰਿਮੂਵ ਕਰ ਦਿੰਦੇ ਆ ਤੇ ਬਨਾਈਨ ਟਿਊਮਰ ਜਿਹੜੇ ਆ ਉਹ ਫਿਰ ਯੂਜ਼ਲੀ ਦੁਬਾਰਾ ਨਹੀਂ ਪੈਦਾ ਹੁੰਦੇ। ਜਿਹੜੇ ਕਿ ਕੈਂਸਰ ਸੈੱਲ ਹੈ ਜਦੋਂ ਉਹਨਾਂ ਨੂੰ ਤੁਸੀਂ ਕੱਟਦੇ ਵੀ ਆ ਜਾਂ ਕੱਢਦੇ ਵੀ ਆ ਜਾਂ ਰਿਮੂਵ ਕਰਦੇ ਹੈਗੇ ਆ ਤਾਂ ਉਹਨਾਂ ਦਾ ਕੋਈ ਨਾ ਕੋਈ ਜਿਹੜਾ ਸੈੱਲ ਹੈਗਾ ਉਹ ਰਹਿ ਜਾਂਦਾ ਆ ਤੇ ਉਹ ਫਿਰ ਦੁਬਾਰਾ ਮਤਲਬ ਗਰੋ ਕਰਨ ਲੱਗ ਪੈਂਦਾ ਹੈਗਾ ਆ। ਤੇ ਜਿਹੜੇ ਬਨਾਈਨ ਟਿਊਮਰ ਹੁੰਦੇ ਆ ਜਿਹੜੇ ਨਾਨ ਕੈਂਸਰਸ ਹੈਗੇ ਆ ਉਹ ਸਮਟਾਈਮ ਜਿਹੜੇ ਆ ਇੰਨੇ ਕੁ ਲਾਰਜ ਹੋ ਜਾਂਦੇ ਆ ਬਹੁਤ ਜ਼ਿਆਦਾ ਤੇ ਜਿਹੜੇ ਕਾਫੀ ਜਿਹੜੇ ਹੈਗੇ ਆ ਉਹ ਸੀਰੀਅਸ ਸਿੰਪਟਮ ਵੀ ਪੈਦਾ ਕਰਦੇ ਆ। ਕਈ ਵਾਰੀ ਲਾਈਫ ਥ੍ਰੈਟਨਿੰਗ ਵੀ ਪ੍ਰੋਬਲਮ ਕ੍ਰੀਏਟ ਕਰ ਦਿੰਦੇ ਆ। ਜਿੱਦਾਂ ਕਿ ਬਨਾਈਨ ਟਿਊਮਰ ਕੋਈ ਬ੍ਰੇਨ ਦੇ ਵਿੱਚ ਹੈਗਾ, ਉਹ ਬ੍ਰੇਨ ਦੇ ਵਿੱਚ ਬਨਾਈਨ ਟਿਊਮਰ ਦਾ ਇਸ ਤਰ੍ਹਾਂ ਹੁੰਦਾ ਆ ਕਿ ਬ੍ਰੇਨ ਦੇ ਵਿੱਚ ਸਪੇਸ ਜਿਹੜੀ ਆ ਉਹ ਬਹੁਤ ਘੱਟ ਹੁੰਦੀ ਹੈਗੀ ਆ। ਜਦੋਂ ਉਹ ਫੈਲਣ ਦੀ ਜਗ੍ਹਾ ਹੀ ਨਹੀਂ ਹੁੰਦੀ, ਜਦੋਂ ਥੋੜਾ ਬਹੁਤ ਵੀ ਵੱਧਦਾ ਹੈਗਾ ਆ ਤਾਂ ਉਹ ਅੰਦਰ ਦੀ ਸਪੇਸ ਜਿਹੜੀ ਹੈਗੀ ਆ ਉਹਦੇ ਵਿੱਚ ਉਹ ਬ੍ਰੇਨ ਦੇ ਟਿਸ਼ੂ ਨੂੰ ਪ੍ਰੈਸ਼ਰ ਦੇ ਨਾਲ ਹੀ ਨੁਕਸਾਨ ਪਹੁੰਚਾ ਦਿੰਦਾ ਹੈਗਾ ਆ। ਸੋ ਇਸ ਕਰਕੇ ਉਹ ਬ੍ਰੇਨ ਦੇ ਵਿੱਚ ਜਿਹੜਾ ਬਨਾਈਨ ਟਿਊਮਰ ਵੀ ਹੈਗਾ ਆ ਉਹ ਵੀ ਲਾਈਫ ਥ੍ਰੈਟਨਿੰਗ ਹੋ ਜਾਂਦਾ ਹੈਗਾ ਆ। ਨਾਰਮਲ ਵਰਸਸ ਕੈਂਸਰ ਸੈਲਸ, ਜਿਹੜੇ ਕੈਂਸਰ ਸੈਲਸ ਹੈਗੇ ਆ ਇਹ ਨਾਰਮਲ ਸੈੱਲ ਨਾਲੋਂ ਬਹੁਤ ਤਰ੍ਹਾਂ ਡਿਫਰ ਕਰਦੇ ਹੈਗੇ ਆ। ਜਿੱਦਾਂ ਕਿ ਮੈਂ ਤੁਹਾਨੂੰ ਉਹ ਫੋਟੋ ਦੇ ਵਿੱਚ ਦਿਖਾਇਆ ਆ। ਇਹ ਜਿਹੜੇ ਕੈਂਸਰ ਸੈੱਲ ਹੈ ਇਹ ਇਸ ਸਿਗਨਲ ਤੋਂ ਬਿਨਾਂ ਹੀ ਗਰੋ ਕਰਦੇ ਆ। ਨਾਰਮਲ ਜਿਹੜੇ ਸੈੱਲ ਹੈਗੇ ਆ ਉਹ ਜਦੋਂ ਇਹਨਾਂ ਨੂੰ ਕੈਮੀਕਲ ਸਿਗਨਲ ਕੋਈ ਮਿਲਦਾ ਆ ਤੇ ਉਸ ਵੇਲੇ ਗਰੋ ਕਰਦੇ ਆ ਤੇ ਜਿਹੜੇ ਕੈਂਸਰ ਸੈੱਲ ਆ ਉਹ ਬਿਨਾਂ ਕਿਸੇ ਸਿਗਨਲ ਤੋਂ ਹੀ ਆਵਾਗਾਉਣ ਹੀ ਗਰੋ ਕਰਨ ਲੱਗ ਪੈਂਦੇ, ਵਧਣ ਲੱਗ ਪੈਂਦੇ ਆ। ਨਾਰਮਲ ਸੈਲਸ ਜਿਹੜੇ ਆ ਉਹ ਜਦੋਂ ਸਿਗਨਲ ਮਿਲਦਾ ਆ ਤੇ ਉਦੋਂ ਗਰੋ ਕਰਦੇ ਹੈਗੇ ਆ ਤੇ ਜਦੋਂ ਇਗਨੋਰ ਸਿਗਨਲ ਦੈਟ ਨਾਰਮਲੀ ਟੈਲ ਸੈਲ ਟੂ ਸਟਾਪ ਡਿਵਾਈਡਿੰਗ ਤੇ
ਜਦੋਂ ਸੈਲਸ ਨੂੰ ਕੋਈ ਸਿਗਨਲ ਮਿਲਦਾ ਆ ਕਿ ਹੁਣ ਗਰੋ ਨਹੀਂ ਕਰਨਾ ਤੇ ਉਹਨੂੰ ਇਹ ਇਗਨੋਰ ਕਰ ਦਿੰਦੇ ਹੈਗੇ ਆ, ਉਹ ਮੰਨਦੇ ਨਹੀਂ ਹੈ। ਇਹ ਮਤਲਬ ਇਹ ਸੈੱਲ ਜਿਹੜੇ ਹੈਗੇ ਆ ਆਵਾਗਾਉਣੇ ਹੀ ਵਧੀ ਜਾਂਦੇ ਹੈਗੇ ਆ, ਜਿਹਨੂੰ ਕਿ ਮਤਲਬ ਜਦੋਂ ਉਹ ਸੈੱਲ ਨਾਰਮਲ ਸੈੱਲ ਨੂੰ ਉਹ ਸਿਗਨਲ ਮਿਲਦਾ ਹੈਗਾ ਆ ਕਿ ਹੁਣ ਸਟਾਪ ਕਰ ਦੇਣਾ ਆ ਤੇ ਉਹ ਵਧਣੋਂ ਰੁਕ ਜਾਂਦਾ ਆ ਤੇ ਉਹਨੂੰ ਅਸੀਂ ਪ੍ਰੋਗਰਾਮਡ ਸੈੱਲ ਡੈਥ ਕਹਿ ਦਿੰਦੇ ਆ ਜਾਂ ਐਪੋਪਟੋਸਿਸ ਕਹਿ ਦਿੰਦੇ ਆ। ਜਿਹੜੇ ਸੈੱਲ ਇਹ ਕੈਂਸਰ ਸੈੱਲ ਹੈਗੇ ਆ ਇਹ ਨੀਅਰ ਬਾਈ ਜਿਹੜੇ ਏਰੀਆਜ਼ ਆ ਉਹਨਾਂ ਦੇ ਵਿੱਚ ਸਪਰੈਡ ਕਰ ਦਿੰਦੇ ਹੈਗੇ ਆ, ਉਹਨਾਂ ਦੇ ਉੱਤੇ ਪ੍ਰੈਸ਼ਰ ਪਾ ਦਿੰਦੇ ਆ ਤੇ ਨਾਰਮਲ ਸੈੱਲ ਜਿਹੜੇ ਆ ਉਹ ਗਰੋ ਕਰਨਾ ਬੰਦ ਕਰ ਦਿੰਦੇ ਆ ਜਦੋਂ ਉਹਨਾਂ ਦਾ ਐਨਕਾਊਂਟਰ ਦੂਸਰੇ ਸੈੱਲਾਂ ਨਾਲ ਹੁੰਦਾ ਹੈਗਾ ਆ। ਤੇ ਮੋਸਟ ਨਾਰਮਲ ਸੈਲਸ ਜਿਹੜੇ ਆ ਉਹ ਮੂਵ ਨਹੀਂ ਕਰਦੇ ਕਿਤੇ ਵੀ ਬਾਡੀ ਦੇ ਵਿੱਚ। ਇਹ ਜਿਹੜੇ ਕੈਂਸਰ ਸੈੱਲ ਆ ਬਲੱਡ ਵੈਸਲਸ ਨੂੰ ਦੱਸ ਦਿੰਦੇ ਆ ਕਿ ਗਰੋ ਕਰਨਾ ਆ ਤੇ ਟਿਊਮਰ ਦੇ ਵੱਲ ਉਹ ਜਿਹੜੀਆਂ ਬਲੱਡ ਵੈਸਲਸ ਹੈਗੀਆਂ ਉਹ ਗਰੋ ਕਰਨ ਲੱਗ ਪੈਂਦੀਆਂ ਤੇ ਉਹਨਾਂ ਨੂੰ ਫੀਡ ਕਰਨੀਆਂ ਸ਼ੁਰੂ ਕਰ ਦਿੰਦੀਆਂ ਹਨ। ਇਹ ਜਿਹੜੀਆਂ ਬਲੱਡ ਵੈਸਲਸ ਆ ਟਿਊਮਰ ਨੂੰ ਆਕਸੀਜਨ ਤੇ ਨਿਊਟ੍ਰੀਐਂਟਸ ਸਪਲਾਈ ਕਰਦੀਆਂ ਆ ਤੇ ਵੇਸਟ ਪ੍ਰੋਡਕਟਸ ਜਿਹੜੇ ਆ ਉਹਨਾਂ ਦੇ ਟਿਊਮਰ ਦੇ ਵਿੱਚੋਂ ਲੈ ਲੈਂਦੀਆਂ ਹੈਗੀਆਂ ਆ। ਤੇ ਇਹ ਜਿਹੜੀ ਕੈਂਸਰ ਸੈੱਲ ਹੈਗੇ ਆ ਇਹ ਸਾਡਾ ਜਿਹੜਾ ਨਾਰਮਲ ਕੁਦਰਤੀ ਇਮਿਊਨ ਸਿਸਟਮ ਹੈਗਾ ਆ, ਜਿਹੜੀ ਸਾਡੀ ਰੱਖਿਆ ਪ੍ਰਣਾਲੀ ਹੈਗੀ ਆ ਉਹਨੂੰ ਹਾਈਡ ਕਰ ਦਿੰਦੇ ਆ, ਉਹਦੇ ਤੇ ਉਹਦਾ ਫੇਰ ਅਸਰ ਨਹੀਂ ਹੁੰਦਾ। ਇਮਿਊਨ ਸਿਸਟਮ ਜਿਹੜਾ ਨਾਰਮਲੀ ਹੈਗਾ ਆ ਉਹ ਡੈਮੇਜ ਤੇ ਅਬਨੋਰਮਲ ਸੈਲਸ ਨੂੰ ਐਲੀਮੀਨੇਟ ਕਰ ਦਿੰਦਾ ਹੈਗਾ, ਮਤਲਬ ਵੈਨਿਸ਼ ਕਰ ਦਿੰਦਾ। ਪਰ ਇਹ ਜਿਹੜੇ ਸੈੱਲ ਹੁੰਦੇ ਕੈਂਸਰ ਸੈੱਲ ਇਹ ਉਹਨਾਂ ਤੋਂ ਇਮਿਊਨ ਹੋ ਜਾਂਦੇ, ਉਹਨਾਂ ਨੂੰ ਹਾਈਡ ਕਰ ਦਿੰਦੇ ਹੈਗੇ ਆ ਤੇ ਇਹ ਇਮਿਊਨ ਸਿਸਟਮ ਨੂੰ ਟ੍ਰਿਕ ਕਰ ਦਿੰਦੇ ਆ ਤੇ ਇਹ ਇਮਿਊਨ ਸੈੱਲਾਂ ਤੋਂ ਬਿਨਾਂ ਵੀ ਅਲਾਈਵ ਰਹਿੰਦੇ ਹੈਗੇ ਆ, ਮਤਲਬ ਟ੍ਰਿਕ ਕਰਕੇ ਇੱਕ ਧੋਖਾ ਦੇ ਕੇ ਤੇ ਇਹ ਜੀਂਦੇ ਰਹਿੰਦੇ ਆ ਤੇ ਗਰੋ ਕਰਦੇ ਰਹਿੰਦੇ ਹੈਗੇ ਆ। ਜਿਹੜੇ ਕਈ ਕੈਂਸਰ ਸੈਲਸ ਹੈਗੇ ਆ ਉਹ ਇਮਿਊਨ ਸੈਲਸ ਨੂੰ ਕਨਵਿੰਸ ਕਰ ਦਿੰਦੇ ਆ ਤੇ ਜਿਹੜਾ ਉਹ ਰਾਦਰ ਟਿਊਮਰ ਸੈਲਸ ਨੂੰ ਪ੍ਰੋਟੈਕਟ ਕਰਨਾ ਸ਼ੁਰੂ ਕਰ ਦਿੰਦੇ ਆ ਇੰਸਟੈਡ ਆਫ ਅਟੈਕਿੰਗ ਇਟ। ਜਿਹੜੇ accumulate multiple changes in their chromosomes, ਇਹ ਜਿਹੜੇ ਕੈਂਸਰ ਸੈਲਸ ਆ ਇਹਨਾਂ ਵਿੱਚ ਕਾਫੀ ਜਿਹੜੀਆਂ ਚੇਂਜਸ ਆ ਜਾਂਦੀਆਂ ਆ, ਜਿੱਦਾਂ ਕਿ ਡੁਪਲੀਕੇਸ਼ਨਸ ਹੋ ਜਾਂਦੀਆਂ, ਡਿਲੀਸ਼ਨਸ ਹੋ ਜਾਂਦੀਆਂ ਕ੍ਰੋਮੋਸੋਮ ਦੀਆਂ ਪਾਰਟਸ ਦੀਆਂ। ਕਈ ਕੈਂਸਰ ਸੈਲ ਡਬਲ ਹੋ ਜਾਂਦੇ ਆ ਨਾਰਮਲ ਨੰਬਰ ਆਫ ਕ੍ਰੋਮੋਸੋਮਸ ਤੋਂ ਵੀ, ਤੇ ਇਹ ਡਿਫਰੈਂਟ ਕਾਈਂਡਸ ਆਫ ਨਿਊਟ੍ਰੀਐਂਟਸ ਤੇ ਵੀ ਵਰਕ ਕਰਨਾ ਸ਼ੁਰੂ ਕਰ ਦਿੰਦੇ ਹੈਗੇ ਆ। ਨਾਰਮਲੀ ਤਾਂ ਜਿਹੜੀਆਂ ਖੁਰਾਕਾਂ ਹੈਗੀਆਂ ਉਹੀ ਲੈਂਦੇ ਆ ਨਾਰਮਲ ਸੈੱਲ, ਪਰ ਇਹ ਡਿਫਰੈਂਟ ਖੁਰਾਕਾਂ ਦੇ ਉੱਤੇ ਵੀ ਜੰਮਣ ਮਤਲਬ ਆਪਣੇ ਆਪ ਨੂੰ ਗਰੋ ਕਰੀ ਜਾਂਦੇ ਹੈ। ਤੇ ਕੈਂਸਰ ਸੈਲਸ ਕਈ ਜਿਹੜੇ ਆ એનર્ਜੀ ਜਿਹੜੇ ਬਣਾਉਂਦੇ ਹੈਗੇ ਆ ਡਿਫਰੈਂਟ ਨਿਊਟ੍ਰੀਐਂਟ ਤੋਂ એનર્ਜੀ ਬਣਾ ਲੈਂਦੇ ਹੈਗੇ ਆ ਤੇ ਇਹ ਕੈਂਸਰ ਸੈਲਸ ਗਰੋ ਜਿਹੜੇ ਆ ਇਸ ਕਰਕੇ ਕੁਇਕਲੀ ਜਲਦੀ ਜਿਹੜੇ ਆ ਉਹ ਗਰੋ ਕਰੀ ਜਾਂਦੇ ਹੈਗੇ ਆ। ਕਿੰਨਾ ਲੰਬਾ ਸਮਾਂ ਜਿਹੜਾ ਹੈਗਾ ਆ ਕਿ ਕੈਂਸਰ ਸੈਲ ਡਿਵਾਈਡ ਕਰ ਸਕਦਾ ਹੈ। ਅਨਦਰ ਜਿਹੜਾ ਹਾਲਮਾਰਕ ਕੈਂਸਰ ਸੈਲਸ ਦਾ ਹੈ ਕਿ ਇਹ ਰੈਪਲੀਕੇਟਿਵ ਇਮੋਰਟੈਲਿਟੀ ਹੈਗੀ ਆ, ਫੈਂਸੀ ਟਰਮ ਆ ਜਿਹੜੀ ਕਿ ਡਿਵਾਈਡ ਕਰਦਾ ਆ ਕੈਂਸਰ ਸੈੱਲ ਜ਼ਿਆਦਾ ਟਾਈਮ, ਜਾਣੀ ਡਿਵਾਈਡ ਹੀ ਕਰੀ ਜਾਂਦਾ, ਕਈ ਵਾਰੀ ਡਿਵਾਈਡ ਕਰਦਾ ਆ। ਜਨਰਲੀ ਜਿਹੜਾ ਹਿਊਮਨ ਸੈੱਲ ਹੈਗਾ ਆ ਨਾਰਮਲ ਹੈਗਾ ਆ ਉਹ 40 ਤੋਂ 60 ਵਾਰ ਜਿਹੜਾ ਆ, ਮਤਲਬ ਇੱਕ ਦੇ 2 ਹੋਏ 2 ਦੇ 4 ਇਸ ਤਰ੍ਹਾਂ ਕੋਈ 40 ਤੋਂ 60 ਵਾਰ ਡਬਲ ਜਾਣੀ ਹੁੰਦਾ ਆ ਤੇ ਜਦੋਂ ਉਹਦੀ ਕਪੈਸਿਟੀ ਜਿਹੜੀ ਆ ਡਿਵਾਈਡ ਕਰਨ ਦੀ ਲੂਜ਼ ਕਰਦੀ ਆ। ਪਰ ਜਿਹੜਾ ਕੈਂਸਰ ਸੈੱਲ ਆ ਇਹ ਰੈਪਲੀਕੇਟਿਵ ਇਮੋਰਟੈਲਿਟੀ ਆ, ਇਹ ਮਤਲਬ ਡਿਵਾਈਡ ਕਰੀ ਜਾਂਦਾ ਆ, ਉਹ ਹਟਦਾ ਹੀ ਨਹੀਂ ਹੈ। ਇਸ ਤਰ੍ਹਾਂ ਜਿਹੜਾ ਟਿਊਮਰ ਹੈਗਾ ਉਹ ਵਧੀ ਜਾਂਦਾ ਔਰ ਉਹ ਹਟਦਾ ਨਹੀਂ ਹੈ ਜਦ ਤੱਕ ਬੰਦਾ ਮਰ ਨਹੀਂ ਜਾਂਦਾ। ਕੈਂਸਰ ਸੈੱਲ ਜਿਹੜੇ ਆ ਬਹੁਤ ਫਾਸਟ ਡਿਵਾਈਡ ਕਰਦੇ ਹੈਗੇ ਆ। ਇਹਨੂੰ the process of maturing is called differentiate ਕਰਨਾ ਕਹਿੰਦੇ ਆ ਅਸੀਂ। ਕੈਂਸਰ ਸੈਲਸ ਦੇ ਵਿੱਚ ਜਿਹੜੇ ਰਿਪਰੋਡਿਊਸ ਕਰਦੇ ਆ ਬਹੁਤ ਕੁਇਕਲੀ ਕਰਦੇ ਆ ਤੇ ਮੈਚਿਓਰ ਨਹੀਂ ਹੁੰਦੇ, ਮਤਲਬ ਸੈੱਲ ਆਵਾਗਾਉਣ ਹੀ ਡਿਵਾਈਡ ਕਰੀ ਜਾਂਦੇ ਹੈਗੇ ਆ। ਦੀ ਸੈਲਸ ਜਿਹੜੇ ਆ ਮੈਚਿਓਰ ਨਹੀਂ ਹੁੰਦੇ ਤੇ ਪ੍ਰੋਪਰਲੀ ਵਰਕ ਵੀ ਨਹੀਂ ਕਰਦੇ ਹੈਗੇ ਆ। ਤੇ ਜੇ ਇਹ ਕੁਇਕਰ ਡਿਵਾਈਡ ਕਰਦੇ ਹੈਗੇ ਆ ਯੂਜ਼ੂਅਲ ਨਾਲੋਂ ਤੇ ਚਾਂਸ ਜ਼ਿਆਦਾ ਹੈਗਾ ਆ ਕਿ ਇਹ ਮਿਸਟੇਕਸ ਇਹਦੇ ਵਿੱਚ ਜ਼ਿਆਦਾ ਹੁੰਦੀਆਂ ਆ ਤੇ ਜੀਨਸ ਜਿਹੜੇ ਹੈਗੇ ਆ ਉਹ ਡਿਫਰੈਂਟ ਹੋ ਜਾਂਦੇ ਹੈਗੇ ਆ, ਪੂਰੇ ਜੀਨਸ ਵੀ ਨਹੀਂ ਇਹਦੇ ਵਿੱਚ ਹੁੰਦੇ।
ਡੂ ਕੈਂਸਰ ਸੈਲ ਡਿਵਾਈਡ ਕੰਟੀਨਿਊਸਲੀ? ਹਾਂ। ਵਾਈਲ ਨਾਰਮਲ ਸੈਲ ਜਿਹੜੇ ਆ ਉਹ ਡਿਵੀਜ਼ਨ ਜਿਹੜੀ ਹੁੰਦੀ ਆ ਉਹਨਾਂ ਦੀ ਜੈਨੇਟਿਕ ਡੀਐਨਏ ਦੇ ਮੁਤਾਬਕ ਰੁਕ ਜਾਂਦੀ ਆ। ਕੈਂਸਰ ਸੈਲਸ ਜਿਹੜੇ ਆ ਕੰਟੀਨਿਊ ਕਰੀ ਜਾਂਦੇ ਆ, ਡਿਵਾਈਡ ਕਰਨਾ ਹੀ ਲਗਾਤਾਰ ਜਾਨੀ ਡਿਵਾਈਡ ਕਰਨਾ ਜਾਰੀ ਰੱਖਦੇ ਹੈਗੇ ਆ। ਕੈਂਸਰ ਸੈਲਸ ਮਲਟੀਪਲਾਈ ਕਰਦੇ ਆ ਔਰ ਡਿਵਾਈਡ ਕਰਦੇ ਆ। ਜੇ ਇੱਕ ਕੈਂਸਰ ਸੈੱਲ ਵੀ ਕਿਤੇ ਰਹਿ ਗਿਆ, ਜਦੋਂ ਤੁਸੀਂ ਕਰਾਉਣੇ ਆਪਰੇਸ਼ਨ ਕਰਾਉਣੇ ਆ, ਜੇ ਆਪਰੇਸ਼ਨ ਦੇ ਵਿੱਚ ਤਕਰੀਬਨ ਇੱਕ ਸੈੱਲ ਵੀ ਕੈਂਸਰ ਦਾ ਰਹਿ ਜਾਂਦਾ ਆ ਤਾਂ ਇਹ ਡਿਵਾਈਡ ਕਰਕੇ ਇੱਕ ਵੱਡਾ ਟਿਊਮਰ ਬਣ ਜਾਂਦਾ ਹੈ। ਇਸੇ ਕਰਕੇ ਜਿਹੜੇ ਜਦੋਂ ਵੀ ਅਸੀਂ ਸਰਜਰੀ ਕਰਾਉਂਦੇ ਆ ਤੇ ਡਾਕਟਰ ਦਾ ਇਹ ਮਤਲਬ ਪੂਰੀ ਕੋਸ਼ਿਸ਼ ਹੁੰਦੀ ਆ ਕਿ ਕੋਈ ਵੀ ਜਿਹੜਾ ਕੈਂਸਰ ਸੈੱਲ ਹੈਗਾ ਆ ਉਹ ਉਹਦੇ ਵਿੱਚ ਬੋਡੀ ਦੇ ਵਿੱਚ ਨਾ ਰਹੇ। ਜੇ ਇੱਕ ਵੀ ਸੈੱਲ ਰਹਿ ਜਾਂਦਾ ਆ ਤਾਂ ਉਹ ਵੀ ਬਾਅਦ ਦੇ ਵਿੱਚ ਟਾਈਮ ਦੇ ਨਾਲ ਇੱਕ ਵੱਡਾ ਟਿਊਮਰ ਬਣ ਜਾਂਦਾ ਹੈ। ਜਿਹੜਾ ਨਵਾਂ ਟਿਊਮਰ ਹੈਗਾ ਆ ਉਹ ਗਰੋ ਕਰਨਾ ਸ਼ੁਰੂ ਕਰ ਦਿੰਦਾ ਉਸੇ ਏਰੀਏ ਦੇ ਵਿੱਚ ਤੇ ਜਿੱਥੇ ਕਿ ਕੈਂਸਰ ਸ਼ੁਰੂ ਹੋਇਆ ਸੀ। ਤੇ ਕੈਂਸਰ ਜਿਹੜਾ ਹੈਗਾ ਆ ਉਹ ਬਲੱਡ ਦੇ ਰਾਹੀਂ ਤੇ ਲਿੰਫੈਟਿਕ ਸਿਸਟਮ ਦੇ ਨਾਲ ਹੋਰ ਨਾ ਜਗ੍ਹਾ ਦੇ ਉੱਤੇ ਜਾ ਕੇ ਫਿਰ ਉੱਥੇ ਗਰੋ ਕਰਨਾ ਸ਼ੁਰੂ ਕਰ ਦਿੰਦਾ ਹੈਗਾ ਆ। ਇਹ ਕੀ ਹੁੰਦਾ ਜੇ ਸੈੱਲ ਜਿਹੜੇ ਆ ਡਿਵਾਈਡ ਕਰਨਾ ਸਟਾਪ ਕਰ ਦੇਣ? ਪ੍ਰੋਸੈਸ ਜਿਹੜਾ ਆ ਰਿਪੀਟ ਕਰਦੇ ਆ ਸੈੱਲ ਸਾਈਕਲ ਦਾ। ਇਹਨੂੰ ਇਫ ਏ ਸੈੱਲ ਕੈਨੋਟ ਸਟਾਪ ਡਿਵਾਈਡਿੰਗ ਵੈਨ ਇਟ ਇਜ਼ ਐਕਸਪੋਜ਼ਡ ਟੂ, ਤੇ ਜਦੋਂ ਫਿਰ ਉਹਨੂੰ ਅਸੀਂ ਡਿਜ਼ੀਜ਼ ਕਾਲਡ ਕੈਂਸਰ ਉਹਨੂੰ ਹੀ ਕਹਿੰਦੇ ਆ, ਜਦੋਂ ਕਿ ਸੈੱਲ ਜਿਹੜੇ ਆ ਆਵਾਗੌਣ ਡਿਵਾਈਡ ਕਰੀ ਜਾਂਦੇ ਹੈ। ਕੋਈ ਸਮ ਸੈਲਸ ਜਿਹੜੇ ਲਾਈਕ ਸਕਿਨ ਸੈਲਸ ਹੈਗੇ ਆ ਉਹ ਕਨਸਟੈਂਟਲੀ ਡਿਵਾਈਡਿੰਗ ਹੈਗੇ ਆ। ਜਿਹੜੀ ਸਾਡੀ ਸਕਿਨ ਹੈਗੀ ਆ ਉਹ ਤਕਰੀਬਨ 27 ਦਿਨਾਂ ਦੇ ਵਿੱਚ ਸਾਰੀ ਦੀ ਸਾਰੀ ਨਵੀਂ ਆ ਜਾਂਦੀ ਹੈਗੀ ਆ। ਇਸ ਤਰ੍ਹਾਂ ਉਹ ਸਕਿਨ ਦੇ ਸੈਲਸ ਜਿਹੜੇ ਆ ਉਹ ਵੀ ਡਿਵਾਈਡ ਕਰਦੇ ਆ, ਪਰ ਉਹ ਇੱਕ ਕੰਟਰੋਲਡ ਸਿਸਟਮ ਦੇ ਨਾਲ ਡਿਵਾਈਡ ਕਰਦੇ ਆ। ਤੇ ਨਿਊ ਸਕਿਨ ਸੈਲਸ ਜਿਹੜੇ ਆ ਰਿਪਲੇਸ ਕਰਨ ਦੇ ਲਈ ਸਾਨੂੰ ਪੁਰਾਣੇ ਜਿਹੜੇ ਆ ਉਹ ਲੂਜ਼ ਕਰਨੇ ਪੈਂਦੇ ਹੈਗੇ ਆ। ਤੇ ਉਹ ਇੱਕ ਸਿਸਟੈਮਿਕ ਕੰਟਰੋਲਡ ਸਿਸਟਮ ਹੈਗਾ। ਤਾਂ ਕੈਂਸਰ ਸੈਲ ਦੇ ਵਿੱਚ ਕੋਈ ਕੰਟਰੋਲਡ ਔਰ ਸਿਸਟੈਮਿਕ ਸਿਸਟਮ ਨਹੀਂ ਹੈ। ਹਾਊ ਲੌਂਗ ਡੂ ਕੈਂਸਰ ਸੈਲਸ ਲਿਵ? ਕੈਂਸਰ ਸੈਲ ਜਿਹੜੇ ਹੈਗੇ ਆ ਉਹ ਰੈਗੂਲਰ ਲਾਈਫ ਸਪੈਨ ਲਾਈਕ ਨਾਰਮਲ ਸੈੱਲਾਂ ਵਾਂਗ ਨਹੀਂ ਹੁੰਦਾ। ਉਹ ਅਨਕੰਟਰੋਲੇਬਲੀ ਗਰੋ ਕਰੀ ਜਾਂਦੇ ਆ ਤੇ ਦੂਜੀਆਂ ਜਗ੍ਹਾ ਦੇ ਉੱਤੇ ਸਪਰੈਡ ਕਰੀ ਜਾਂਦੇ, ਫੈਲੀ ਜਾਂਦੇ ਹੈਗੇ ਆ। ਤੇ ਇਸ ਸਪਰੈਡ ਨੂੰ ਮੈਟਾਸਟੇਸਿਸ ਅਸੀਂ ਕਹਿੰਦੇ ਆ। ਭਾਵੇਂ ਜਿਹੜੇ ਕੈਂਸਰ ਸੈਲਸ ਆ ਦੂਜੇ ਆਰਗਨਾਂ ਦੇ ਵਿੱਚ ਚਲ ਜਾਂਦੇ ਆ ਤੇ ਇਹਨੂੰ ਹਮੇਸ਼ਾ ਅਸੀਂ ਜਿੱਥੋਂ ਇਹ ਓਰੀਜਨ ਹੋਇਆ ਉਹਦਾ ਨਾਂ ਦਿੰਦੇ ਹੈਗੇ ਆ। ਇਹ ਕਿੰਨੇ ਫਾਸਟ ਗਰੋ ਕਰਦੇ ਆ। ਸਾਇੰਟਿਸਟ ਜਿਹੜੇ ਉਹਨਾਂ ਨੇ ਇਹ ਲੱਭਿਆ ਆ ਕਿ ਜਿਹੜੇ ਬ੍ਰੈਸਟ ਤੇ ਬੌਲ ਦੇ ਕੈਂਸਰ ਹੈਗੇ ਆ ਇਹ ਗਰੋ 10 years before they are detected। 10 ਸਾਲ ਪਹਿਲਾਂ ਜਿਹੜੇ ਆ ਇਹ ਸ਼ੁਰੂ ਹੋ ਗਏ ਆ ਔਰ ਇਹ ਮਤਲਬ 10 ਸਾਲ ਬਾਅਦ ਸਾਨੂੰ ਡਿਟੈਕਟ ਹੁੰਦੇ ਆ। ਇਹਦਾ ਕੀ ਮਤਲਬ ਆ? ਇਹਦਾ ਮਤਲਬ ਇਹ ਆ ਕਿ ਜਿਹੜੇ ਬ੍ਰੈਸਟ ਔਰ ਬਾਵਲ ਸਾਡੀ ਇੰਟੈਸਟਾਈਨ ਹੈਗੀ ਆ ਉਹਦੇ ਜਿੰਨੇ ਵੀ ਕੈਂਸਰਸ ਹੈਗੇ ਆ ਉਹ 10 ਸਾਲ ਪਹਿਲਾਂ ਤੋਂ ਵਧਣਾ ਸ਼ੁਰੂ ਹੋ ਜਾਂਦੇ ਆ। ਮੈਂ ਤੁਹਾਨੂੰ ਇੱਥੇ ਦੱਸਣਾ ਚਾਹਨਾ ਆ ਕਿ ਜਿਹੜੇ ਸੈੱਲ ਹੈਗੇ ਆ ਸਪੋਜ਼ ਇਹ 1 ਤੋਂ 2 ਬਣਨ ਦੇ ਵਿੱਚ 15 ਦਿਨਾਂ ਤੋਂ ਲੈ ਕੇ 500 ਦਿਨ ਤੱਕ ਲੱਗ ਜਾਂਦੇ ਆ। ਇੱਕ ਸੈੱਲ ਨੂੰ 2 ਵਿੱਚ ਤਬਦੀਲ ਹੋਣ ਦੇ ਵਿੱਚ 15 ਦਿਨ ਤੋਂ ਲੈ ਕੇ 500 ਦਿਨ ਤੱਕ ਲੱਗ ਜਾਂਦੇ ਆ। ਜੇ ਅਸੀਂ ਐਵਰੇਜ 100 ਦਿਨ ਲਈਏ ਕਿ 1 ਤੋਂ 2 ਬਣਨੇ ਆ, 2 ਤੋਂ 4 ਬਣਨੇ ਆ, 1 ਤੋਂ 2 100 ਦਿਨ ਲੱਗ ਗਿਆ, 2 ਤੋਂ 4 ਬਣਨ ਦੇ ਵਿੱਚ ਫੇਰ ਹੋਰ 100 ਦਿਨ, ਅਗਲਾ 100 ਦਿਨ ਲੱਗ ਗਿਆ, 4 ਤੋਂ 8 ਬਣਨ ਦੇ ਵਿੱਚ ਅਗਲਾ 100 ਦਿਨ ਲੱਗ ਗਿਆ। ਇਸ ਤਰ੍ਹਾਂ ਅਸੀਂ ਅਗਰ ਮਤਲਬ ਇੱਕ ਸੈੱਲ ਨੇ ਤਕਰੀਬਨ 1 ਮਿਲੀਮੀਟਰ ਦਾ ਜਿਹੜਾ ਟਿਊਮਰ ਬਣਨਾ ਹੈਗਾ, 1 ਮਿਲੀਮੀਟਰ ਕਿੰਨਾ ਹੁੰਦਾ ਮੈਂ ਤੁਹਾਨੂੰ ਉਹਦੇ ਬਾਰੇ ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ ਕਿ ਜਿੱਦਾਂ ਅਸੀਂ ਇੱਕ ਆਪਣੀ ਪੈਨਸਲ ਦੇਖੀ ਆ ਨਾ, ਕਾਲੇ ਸਿੱਕੇ ਵਾਲੀ ਪੈਨਸਲ ਬੱਚਿਆਂ ਦੇ ਕੋਲ ਹੁੰਦੀ ਆ, ਉਹਦਾ ਜਿਹੜਾ ਸਿੱਕਾ ਹੁੰਦਾ ਆ, ਜਿਹੜਾ ਲਿਖਣ ਵਾਲਾ ਪਾਰਟ ਕਾਲਾ ਹੈਗਾ ਆ, ਜਿੰਨਾ ਉਹ ਹੁੰਦਾ ਆ ਉਹਨੂੰ ਅਸੀਂ 1 ਮਿਲੀਮੀਟਰ ਗਿਣਦੇ ਆ। 1 ਮਿਲੀਮੀਟਰ ਨੂੰ ਬਣਨ ਨੂੰ ਤਕਰੀਬਨ ਮੇਰਾ ਖਿਆਲ ਆ ਕਿ 6 ਸਾਲ ਲੱਗ ਜਾਂਦੇ ਆ। ਮੇਰੀ ਗੱਲ ਧਿਆਨ ਨਾਲ ਸੁਣਨ ਵਾਲੀ ਹੈਗੀ ਆ ਕਿ 1 ਮਿਲੀਮੀਟਰ ਕੈਂਸਰ ਸੈੱਲ ਦੇ ਟਿਊਮਰ ਨੂੰ ਬਣਨ ਲਈ 6 ਸਾਲ ਲੱਗ ਜਾਂਦੇ ਆ। ਤੇ 1 ਮਿਲੀਮੀਟਰ ਤੋਂ 1 ਸੈਂਟੀਮੀਟਰ, ਔਰ 1 ਮਿਲੀਮੀਟਰ ਦੇ ਵਿੱਚ ਕਾਫੀ ਮਿਲੀਅਨ ਸੈਲਸ ਹੁੰਦੇ ਹੈਗੇ ਆ। ਔਰ 1 ਮਿਲੀਮੀਟਰ ਤੋਂ ਲੈ ਕੇ
ਆਪਣੇ 1 ਸੈਂਟੀਮੀਟਰ ਤੱਕ ਬਣਨ ਲਈ, ਸੈਂਟੀਮੀਟਰ ਕਿੰਨਾ ਕੁ ਹੁੰਦਾ ਆ ਇਹ ਤੁਹਾਨੂੰ ਅੰਦਾਜ਼ਾ ਮੈਂ ਲਗਾ ਸਕਦਾ ਆ ਕਿ ਜਿਹੜੀ ਪੈਨਸਲ ਦੇ ਪਿੱਛੇ ਰਬੜ ਹੁੰਦੀ ਆ, ਜਿੱਡੀ ਕਿ ਰਬੜ ਹੁੰਦੀ ਆ ਉਹਨੂੰ ਅਸੀਂ ਸੈਂਟੀਮੀਟਰ ਦਾ ਦਰਜਾ ਦੇ ਦਿੰਦੇ ਆ ਕਿ 1 ਸੈਂਟੀਮੀਟਰ ਉਹ ਰਬੜ ਹੁੰਦੀ ਆ ਜਿਹੜੀ ਇਸ ਪੈਨਸਲ ਦੇ ਪਿਛਲੇ ਪਾਸੇ ਮੰਨ ਲਓ ਚੀਜ਼ਾਂ ਅਰੇਜ਼ ਕਰਨ ਨੂੰ ਲੱਗੀ ਹੁੰਦੀ ਹੈਗੀ ਆ। ਸੋ ਉਹ 1 ਸੈਂਟੀਮੀਟਰ ਆ, ਉਹ ਤੱਕ ਪਹੁੰਚਣ ਲਈ 10 ਸਾਲ ਲੱਗ ਜਾਂਦੇ ਆ, ਜਦੋਂ ਕਿ ਉਹ 1 ਸੈਂਟੀਮੀਟਰ ਦਾ ਜਿਹੜਾ ਟਿਊਮਰ ਹੈਗਾ ਆ ਉਹ ਵੀ ਲੱਭਣਾ ਬੜਾ ਔਖਾ ਆ। ਭਾਵੇਂ ਉਹ ਬ੍ਰੈਸਟ ਹੋਵੇ, ਭਾਵੇਂ ਬਾਡੀ ਦਾ ਕੋਈ ਵੀ ਹਿੱਸਾ ਹੋਵੇ, ਉਹਦੇ ਵਿੱਚ ਐਡੀ ਕੁ ਰਸੌਲੀ ਜਿਹੜੀ 1 ਸੈਂਟੀਮੀਟਰ ਜਿਹੜੀ ਕਿ ਸਿੱਕੇ ਆਪਣੀ ਪੈਨਸਲ ਦੇ ਰਬੜ ਦੇ ਬਰਾਬਰ ਹੁੰਦੀ ਆ, ਉਹਨੂੰ ਲੱਭਣਾ ਬਹੁਤ ਔਖਾ ਹੁੰਦਾ। ਇਹਦਾ ਮਤਲਬ ਆ ਵੀ ਕੋਈ ਵੀ ਜਿਹੜੀ ਅਸੀਂ ਜਦ ਤੱਕ ਉਹ 1 ਸੈਂਟੀਮੀਟਰ ਤੱਕ ਪਹੁੰਚਦਾ ਆ ਤਾਂ ਉਦੋਂ ਤੱਕ ਉਹਦੇ ਵਿੱਚੋਂ ਨਿਕਲ ਕੇ ਸਪਰੈਡ ਕਾਫੀ ਜਗ੍ਹਾ ਦੇ ਉੱਤੇ ਉਹਦੇ ਜਿਹੜੇ ਡਾਟਰ ਸੈਲਸ ਹੈਗੇ ਆ ਸਾਰੀ ਬਾਡੀ ਦੇ ਵਿੱਚ ਫੈਲ ਗਏ ਆ। ਸੋ ਇਹ ਕੋਈ ਵੀ ਜਿਹੜਾ ਕੈਂਸਰ ਹੈਗਾ ਆ ਉਹ ਇੱਕਦਮ ਮਤਲਬ ਲੋਕਲ ਨਹੀਂ ਰਹਿੰਦਾ, ਉਹ ਸਾਰੀ ਬਾਡੀ ਦੇ ਵਿੱਚ ਫੈਲਿਆ ਹੁੰਦਾ ਆ। ਜਿਹੜੀ ਅਸੀਂ ਕੀਮੋਥੈਰੇਪੀ ਕਰਦੇ ਆ ਜਾਂ ਰੇਡੀਏਸ਼ਨ ਕਰਦੇ ਆ, ਇਹ ਅਸੀਂ ਲੋਕਲ ਕਰਦੇ ਆ, ਉਹਦਾ ਸਾਨੂੰ ਕੋਈ ਵੀ ਫਾਇਦਾ ਨਹੀਂ ਹੁੰਦਾ। ਇਹ ਮੈਂ ਦੱਸਣਾ ਜ਼ਰੂਰੀ ਚਾਹੁੰਦਾ ਆ, ਕਿਉਂਕਿ ਜਦ ਤੱਕ 10 ਸਾਲ ਤੱਕ ਸੈੱਲ ਜਿਹੜੇ ਆ ਉਹ ਗਰੋ ਕਰਕੇ 1 ਸੈਂਟੀਮੀਟਰ ਦੀ ਮਤਲਬ ਰਸੌਲੀ ਤੱਕ ਪਹੁੰਚੇ ਆ, ਉਦੋਂ ਤੱਕ ਉਹ ਸਾਰੀ ਬਾਡੀ ਦੇ ਵਿੱਚ ਫੈਲ ਚੁੱਕੇ ਆ। ਉਹਦੀਆਂ ਡਾਟਰ ਸੈਲਸ ਜਿਹੜੇ ਹੈਗੇ ਆ ਉਹ ਸਾਰੀ ਬਾਡੀ ਦੇ ਵਿੱਚ ਫੈਲ ਚੁੱਕੇ ਆ, ਔਰ ਉੱਥੇ ਜਾ ਕੇ ਉਹਨਾਂ ਨੇ ਦੁਬਾਰਾ ਜਿਹੜਾ ਉਹ ਸ਼ੁਰੂ ਕਰ ਦਿੱਤਾ ਆ ਕਿ 1 ਤੋਂ 2, 2 ਤੋਂ 4, 2 ਤੋਂ 6, 4 ਤੋਂ 8, 8 ਤੋਂ 16 ਇਸ ਤਰ੍ਹਾਂ ਸ਼ੁਰੂ ਹੋ ਗਏ ਆ। ਸੋ ਇਸ ਕਰਕੇ ਜੇ ਅਸੀਂ ਉਹਨੂੰ ਅਸੀਂ ਲੋਕਲੀ ਟ੍ਰੀਟ ਕਰਦੇ ਹੈਗੇ ਆ ਤਾਂ ਉਹਦਾ ਕੋਈ ਸਾਨੂੰ ਫਾਇਦਾ ਨਹੀਂ ਹੈ। ਸੋ ਇਹ ਬੜੀ ਇੰਪੋਰਟੈਂਟ ਚੀਜ਼ ਹੈਗੀ ਆ ਜਿਹੜੀ ਕਿ ਲੋਕਾਂ ਨੂੰ ਪਤਾ ਨਹੀਂ ਹੈ, ਔਰ ਜਿਹੜੇ ਡਾਕਟਰਸ ਵੀ ਹੈਗੇ ਆ ਉਹ ਵੀ ਲੋਕਲ ਟ੍ਰੀਟ ਕਰੀ ਜਾਂਦੇ ਆ। ਇਸੇ ਕਰਕੇ ਕੋਈ ਵੀ ਲੋਕਲ ਜਿਹੜੀ ਟ੍ਰੀਟਮੈਂਟ ਹੈਗੀ ਆ ਉਹ ਕਾਮਯਾਬ ਨਹੀਂ ਹੁੰਦੀ, ਔਰ ਸਿਰਫ 100 ਚੋਂ 3 ਆਦਮੀਆਂ ਲਈ ਉਹ ਫਾਇਦੇਮੰਦ ਹੁੰਦੀ ਆ, 97 ਲਈ ਫਾਇਦੇਮੰਦ ਨਹੀਂ ਹੈ। 97 ਲਈ ਨਾ ਤਾਂ ਸਰਜਰੀ ਫਾਇਦੇਮੰਦ ਆ, ਨਾ ਇਹਦੇ ਲਈ ਕੀਮੋਥੈਰੇਪੀ ਫਾਇਦੇਮੰਦ ਆ, ਨਾ ਰੇਡੀਏਸ਼ਨ ਥੈਰੇਪੀ ਫਾਇਦੇਮੰਦ ਆ। 100 ਚੋਂ 3 ਨੂੰ ਸਿਰਫ ਫਾਇਦਾ ਹੁੰਦਾ ਆ, 97 ਨੂੰ ਨਹੀਂ ਹੁੰਦਾ। ਇਸ ਕਰਕੇ ਮੈਂ ਜ਼ੋਰ ਦੇਣਾ ਚਾਹੁੰਦਾ ਆ ਕਿ ਇਹ ਜਿਹੜੀ ਪ੍ਰੈਜ਼ੈਂਟ ਜਿਹੜੀ ਕੈਂਸਰ ਦੀ ਟ੍ਰੀਟਮੈਂਟ ਹੈਗੀ ਆ ਉਹਦੇ ਨਾਲ ਨੁਕਸਾਨ ਜ਼ਿਆਦਾ ਤੇ ਫਾਇਦਾ ਘੱਟ ਹੁੰਦਾ ਆ। ਤੇ ਜਿਹੜਾ ਇਹ ਮਤਲਬ ਇਹਦੇ ਲਈ ਦੁਨੀਆ ਨੂੰ, ਲੋਕਾਂ ਨੂੰ ਕਾਫੀ ਜਾਗਰੂਕਤਾ ਦੀ ਜ਼ਰੂਰਤ ਹੈਗੀ ਆ। ਤੇ ਜਿਹੜਾ ਪ੍ਰੋਸਟੇਟ ਕੈਂਸਰ ਦੇ ਟਿਊਮਰ ਹੈਗੇ ਆ ਉਹ ਬਹੁਤ ਡਿਕੇਡ 올ਡ ਵੀ ਹੋ ਜਾਂਦੇ ਹੈਗੇ, ਕਈ ਦਹਾਕੇ ਉਹਦੇ ਵਿੱਚ ਲੱਗ ਜਾਂਦੇ ਹੈਗੇ ਆ। ਉਹਨਾਂ ਨੇ ਐਸਟੀਮੇਟ ਕੀਤਾ ਕਿ ਇੱਕ ਟਿਊਮਰ ਜਿਹੜਾ ਸੀ 40 ਸਾਲ ਦਾ 올ਡ ਸੀਗਾ। ਸਮ ਟਾਈਮ ਜਿਹੜੀ ਗਰੋਥ ਹੈਗੀ ਆ ਉਹ ਬਹੁਤ ਹੀ ਸਲੋ ਹੁੰਦੀ ਆ, ਇਦੋਂ ਵੀ ਬਹੁਤ ਸਲੋ ਹੁੰਦੀ ਆ। Why do cancer cells divide uncontrollably? Most cancer ਜਿਹੜੇ DNA ਹੁੰਦੇ ਉਹਨਾਂ ਦੇ ਵਿੱਚ ਉਹ ਜੀਨਸ ਦੇ ਵਿੱਚ ਮਤਲਬ ਚੇਂਜਸ ਆ ਜਾਂਦੀਆਂ ਆ। ਇਹ ਚੇਂਜਸ ਜਿਹੜੀਆਂ ਆ ਇਹਨਾਂ ਨੂੰ ਜੈਨੇਟਿਕ ਚੇਂਜਸ ਕਹਿੰਦੇ ਆ। DNA ਚੇਂਜ ਜਿਹੜਾ ਆ ਇਹ ਜੀਨਸ ਨੂੰ ਇਨਵੋਲਵ ਕਰਨ ਦੇ ਵਿੱਚ ਨਾਰਮਲ ਸੈੱਲ ਦੀ ਗਰੋਥ ਨੂੰ ਅਸੀਂ ਔਂਕੋਜੀਨਸ ਕਹਿੰਦੇ ਆ। ਔਂਕੋਜੀਨ ਜਿਹੜੇ ਆ ਕਿ ਉਹ ਕੈਂਸਰ ਪ੍ਰੋਡਿਊਸਿੰਗ ਜੀਨਸ ਹੁੰਦੇ ਆ। ਨਾਰਮਲ ਜੀਨ ਦੀ ਬਜਾਏ ਜਿਹੜੇ ਔਂਕੋਜੀਨ ਆ ਇਹ ਟਰਨ ਆਫ ਨਹੀਂ ਹੁੰਦੇ। ਇਹਨਾਂ ਦੇ ਵਿੱਚ ਇੱਕ ਸਵਿਚ ਨਹੀਂ ਹੁੰਦਾ ਜਿਹੜਾ ਇਹਨਾਂ ਨੂੰ ਟਰਨ ਆਫ ਕਰ ਦੇਵੇ ਕਿ ਗਰੋਥ ਜਿਹੜੀ ਆ ਬੰਦ ਕਰਨੀ ਆ। ਤੇ ਇਹ ਅਨਕੰਟਰੋਲਡ ਜਿਹੜੀ ਗਰੋਥ ਹੈਗੀ ਆ ਇਹ ਕਰਨ ਦੇ ਵਿੱਚ ਸਹਾਇਕ ਹੁੰਦੇ ਹੈਗੇ ਆ। ਕੈਨ ਇਹ ਟਿਊਮਰ ਸੈੱਲ ਗਰੋ ਓਵਰਨਾਈਟ? ਕੀ ਇਹ ਇੱਕ ਰਾਤ ਦੇ ਵਿੱਚ ਵੱਧ ਜਾਂਦਾ ਆ? ਹਾਂ। ਦੀ ਇਮਰਜ ਐਟ ਨਾਈਟ ਵਾਈਲ ਵੀ sleep unaware, growing and spreading out as quickly as they can. ਮਤਲਬ ਇਹ ਰਾਤ ਨੂੰ ਵੀ ਮਤਲਬ ਵੱਧਦੇ ਆ, ਉਹ ਬਹੁਤ ਡੈਡਲੀ ਹੁੰਦੇ ਆ। ਇੰਨੇ ਸਰਪ੍ਰਾਈਜ਼ਿੰਗ ਫਾਈਂਡਿੰਗ ਜਿਹੜੀ ਨੇਚਰ ਮਤਲਬ ਜਰਨਲ ਆ ਉਹਦੇ ਵਿੱਚ ਛਪੀ ਆ ਕਿ
ਵਿਜ਼ਮੈਨ ਇੰਸਟੀਚਿਊਟ ਦੇ ਸਾਇੰਸ ਰਿਸਰਚਰਸ ਨੇ ਨਾਈਟ ਟਾਈਮ ਦੇ ਵਿੱਚ ਕਿਹਾ ਕਿ ਰਾਈਟ ਟਾਈਮ ਆ ਕੈਂਸਰ ਨੂੰ ਗਰੋ ਕਰਨ ਦੇ ਵਿੱਚ ਜ਼ਿਆਦਾ ਔਰ ਸਪਰੈਡ ਕਰਨ ਦੇ ਵਿੱਚ। ਰਾਤ ਨੂੰ ਮਤਲਬ ਬੋਡੀ ਦੀ ਐਕਟੀਵਿਟੀ ਜਿਹੜੀ ਆ ਉਹ ਘੱਟ ਹੁੰਦੀ ਆ, ਇਸ ਕਰਕੇ ਜਿਹੜਾ ਕੈਂਸਰ ਹੈਗਾ ਆ ਉਹ ਉਸ ਵੇਲੇ ਜ਼ਿਆਦਾ ਪ੍ਰਫੁੱਲਤ ਹੁੰਦਾ ਆ। ਕੈਂਸਰ ਨੂੰ ਸਟਾਪ ਕਰਨ ਲਈ ਕੀ ਹੈ, ਨਿਊ ਸਟੱਡੀ ਇੱਕ ਆਈ ਆ, ਉਹਦੇ ਵਿੱਚ ਰਿਜ਼ੋਲਵੈਂਸ ਹੁੰਦੇ ਆ ਕੰਪਾਊਂਡਸ ਜਿਹੜੇ ਕਿ ਨੈਚੁਰਲੀ ਬੋਡੀ ਸਕਰੀਟ ਕਰਦੀ ਆ, ਉਹ ਇਹਨੂੰ ਸਟਾਪ ਕਰ ਦਿੰਦੇ ਆ, ਜਿਹੜੇ ਇਹਦੇ ਇਨਫਲੇਮੇਟਰੀ ਰਿਸਪੌਂਸ ਹੈਗਾ ਆ। ਇਹ ਸੈੱਲ ਨੂੰ ਗਰੋ ਕਰਨ ਦੇ ਵਿੱਚ ਤੇ ਜਿਹੜੀ ਸੈਲੂਲਰ ਵੇਸਟ ਹੈਗੀ ਆ ਇੰਡਿਊਸ ਕਰਦੇ ਆ, ਉਹਨੂੰ ਵੀ ਇਹ ਰੋਕਦੀ ਹੈਗੀ ਆ। ਜਿਹੜੇ ਸੈੱਲ ਕੀ ਹੈ ਜ਼ਿਆਦਾ ਕੁਇਕਲੀ ਗਰੋ ਕਰ ਸਕਦੇ ਆ। ਹਾਂ, ਮੈਲੀਗਨੈਂਟ ਟਿਊਮਰ ਜਿੰਨੇ ਵੀ ਕੈਂਸਰ ਸੈਲਸ ਹੈਗੇ ਆ ਉਹ ਜ਼ਿਆਦਾ ਕੁਇਕਲੀ ਸਪਰੈਡ ਵੀ ਕਰਦੇ ਆ ਔਰ ਗਰੋ ਵੀ ਜ਼ਿਆਦਾ ਕਰਦੇ ਹੈਗੇ ਆ। ਕੈਂਸਰ ਸੈੱਲ ਜਿਹੜੇ ਆ ਦੂਜੇ ਪਾਰਟਸ ਦੇ ਬੋਡੀ ਦੇ ਵਿੱਚ ਚਲ ਜਾਂਦੇ ਆ, ਜਿੱਦਾਂ ਕਿ ਓਰੀਜਨਲ, ਜਿੱਦਾਂ ਕਿ ਹੁਣ ਇੱਕ ਪਾਰਟ ਤੋਂ ਸ਼ੁਰੂ ਹੋਏ ਆ ਔਰ ਉਹੀ ਪਾਰਟ ਦਾ ਜਿਹੜਾ ਹਿੱਸਾ ਹੈਗਾ ਉਹ ਦੂਜੀ ਜਗ੍ਹਾ ਤੇ ਜਾ ਕੇ ਬਣਾਉਣ ਲੱਗ ਪੈਂਦੇ ਆ, ਪਰ ਉਹਨਾਂ ਦੀ ਐਬਿਲਿਟੀ ਟੂ ਓਬੇਟ ਦੂਜੇ ਆਰਗਨਸ ਨੂੰ ਜਾਣੀ ਜਾ ਕੇ ਨੁਕਸਾਨ ਪਹੁੰਚਾਉਂਦੇ ਹੈਗੇ ਆ। ਉਹ ਕਿੱਦਾਂ ਸਪਰੈਡ ਕਰਦੇ, ਜਿੱਦਾਂ ਮੈਂ ਦੱਸਿਆ ਕਿ ਮੈਟਾਸਟੇਸਿਸ ਇੱਕ ਦੂਜੇ ਤੋਂ ਮਤਲਬ ਕੈਂਸਰ ਸੈੱਲ ਖੂਨ ਦੀਆਂ ਨਾੜੀਆਂ ਤੇ ਲਿੰਫੈਟਿਕ ਨਾੜੀਆਂ ਦੇ ਥਰੂ ਸੈੱਲਸ ਟੁੱਟ ਕੇ ਚਲ ਜਾਂਦੇ ਆ ਤੇ ਉੱਥੇ ਜਾ ਕੇ ਫਿਰ ਉਹ ਵਧਣ ਲੱਗ ਪੈਂਦੇ ਆ। ਕੈਂਸਰ ਸੈੱਲ ਜਿਹੜੇ ਆ ਬ੍ਰੇਕ ਅਵੇ ਫਰਮ ਵੇਅਰ ਦੇ ਫਸਟ ਫਾਊਂਡ, ਟਰੈਵਲ ਥਰੂ ਦਾ ਬਲੱਡ ਲਿੰਫ ਸਿਸਟਮ ਐਂਡ ਫॉर ਨਿਊ ਟਿਊਮਰਸ ਉੱਥੇ ਜਾ ਕੇ ਬਣਾਉਣ ਲੱਗ ਪੈਂਦੇ ਹੈਗੇ ਆ ਕਿ ਇਹ ਐਨੀਵੇਅਰ ਕਿਤੇ ਵੀ ਜਾ ਕੇ ਜੇ ਕੈਂਸਰ ਜਿਹੜਾ ਆ ਉਹ ਬੋਡੀ ਦੇ ਵਿੱਚ ਜਾ ਸਕਦਾ ਆ। ਤੇ ਜ਼ਿਆਦਾਤਰ ਇਹ ਜਿਹੜੇ ਆ ਇਹ ਬੋਨਸ ਦੇ ਵਿੱਚ ਚਲ ਜਾਂਦੇ ਆ, ਲਿਵਰ ਦੇ ਵਿੱਚ ਚਲ ਜਾਂਦੇ ਤੇ ਲੰਗਸ ਦੇ ਵਿੱਚ ਜਾਂਦੇ ਹੈਗੇ ਆ। ਉੱਥੇ ਜਾ ਕੇ ਜਿਹੜੇ ਮੈਟਾਸਟੇਸਿਸ ਹੁੰਦੇ ਆ ਇਹਨਾਂ ਤਿੰਨਾਂ ਚ ਜ਼ਿਆਦਾ ਅਸੀਂ ਦੇਖਣੇ ਨੂੰ ਮਿਲਦੇ ਹੈਗੇ ਆ। ਇੱਕ ਟਿਊਮਰ ਦੇ ਵਿੱਚ ਕਿੰਨੇ ਸੈੱਲ ਹੁੰਦੇ ਹੈਗੇ ਆ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਨੰਬਰ ਆਫ ਕੈਂਸਰ ਸੈਲਸ ਜਿਹੜਾ ਆ ਇਹ ਟਿਊਮਰ ਦੀ ਵੋਲੀਅਮ ਤੇ ਡਿਪੈਂਡ ਕਰਦਾ, ਕਿੰਨੇ ਕਿਊਬਿਕ ਸੈਂਟੀਮੀਟਰ ਹੈਗੇ ਆ। ਇੱਕ ਸੈੱਲ ਦਾ ਜਿਹੜਾ ਆਕਾਰ ਹੁੰਦਾ, ਡਾਇਆਮੀਟਰ ਹੁੰਦਾ, ਉਹ ਤਕਰੀਬਨ 20 ਨੈਨੋਮੀਟਰ ਹੁੰਦਾ ਆ ਤੇ 1 ਸੈਂਟੀਮੀਟਰ ਕੈਂਸਰ ਦੇ ਵਿੱਚ 100 ਮਿਲੀਅਨ ਸੈੱਲ ਆ ਜਾਂਦਾ ਆ। 100 ਮਿਲੀਅਨ ਦਾ ਸੈੱਲ ਦਾ ਮਤਲਬ ਕਿੰਨਾ, 1 ਸੈਂਟੀਮੀਟਰ ਕਿੰਨਾ ਹੈ, ਜਿੰਨਾ ਕਿ ਮੈਂ ਦੱਸਿਆ ਆ ਕਿ ਪੈਨਸਲ ਦਾ ਜਿਹੜਾ ਪਿਛਲਾ ਹਿੱਸਾ ਰਬੜ ਵਾਲਾ ਹਿੱਸਾ ਆ ਉਹਨਾਂ 1 ਸੈਂਟੀਮੀਟਰ ਹੁੰਦਾ, ਉਹਦੇ ਵਿੱਚ 100 ਮਿਲੀਅਨ ਸੈਲਸ ਹੋ ਜਾਂਦੇ ਆ। ਜੇ ਅੱਧਾ ਸੈਂਟੀਮੀਟਰ ਉਹਦਾ ਲਈਏ ਤੇ ਉਹਦੇ ਵਿੱਚ 10 ਮਿਲੀਅਨ ਹੋ ਜਾਂਦੇ ਆ, ਤੇ ਜੇ 1 ਮਿਲੀਮੀਟਰ ਲਈਏ ਕੈਂਸਰ ਦੇ ਵਿੱਚ ਤਾਂ 100,000 1 ਲੱਖ ਸੈੱਲ 1 ਮਿਲੀਮੀਟਰ ਦੇ ਵਿੱਚ 1 ਲੱਖ ਹੋ ਜਾਂਦੇ ਹੈਗੇ ਆ। ਸੋ ਇਸ ਤਰ੍ਹਾਂ ਤੁਸੀਂ ਕੱਢ ਸਕਦੇ ਆ ਕਿ ਜੇ 100 ਦਿਨ 1 ਤੋਂ 2 ਦਿਨ ਦੇ ਵਿੱਚ ਇੱਕ ਤੋਂ ਮਤਲਬ 1 ਤੋਂ 2 ਬਣਨ ਦੇ ਵਿੱਚ 100 ਦਿਨ ਲੱਗਦੇ ਆ ਤੇ 100,000 ਬਣਨ ਦੇ ਵਿੱਚ ਕਿੰਨੇ ਦਿਨ ਲੱਗਣਗੇ, ਇਹ ਤੁਸੀਂ ਆਪਣੇ ਆਪ ਅੰਦਾਜ਼ਾ ਲਗਾ ਸਕਦੇ ਹੈਗੇ ਆ ਕਿ ਕਿੰਨਾ ਟਾਈਮ ਲੱਗੇਗਾ ਇਹਨੂੰ 1 ਮਿਲੀਮੀਟਰ ਦੇ ਵਿੱਚ ਤਬਦੀਲ ਹੋਣ ਦੇ ਵਿੱਚ। ਕੀ ਜਿਹੜੇ ਟਿਊਮਰ ਹੈਗੇ, ਟਿਊਮਰ ਜਿਹਨੂੰ ਅਸੀਂ ਰਸੌਲੀ ਕਹਿੰਦੇ ਆ, ਕਿ ਉਹਦਾ ਹਰ ਵੇਲੇ ਮਤਲਬ ਇਹੀ ਹੁੰਦਾ ਕਿ ਕੈਂਸਰ ਆ? ਨਹੀਂ, ਇਹ ਹਰ ਵੇਲੇ ਇਹ ਨਹੀਂ ਹੁੰਦਾ। ਕੋਈ ਵੀ ਜਿਹੜੀ ਸਵੈਲਿੰਗ ਹੈਗੀ ਆ ਉਹਨੂੰ ਅਸੀਂ ਟਿਊਮਰ ਕਹਿੰਦੇ ਆ। ਇਹ ਇਨਫਲੇਮੇਸ਼ਨ, ਸੋਜਸ਼ ਕਰਕੇ ਵੀ ਹੋ ਜਾਂਦਾ ਆ ਤੇ ਅਬਨੋਰਮਲ ਗਰੋਥ ਕਰਕੇ ਵੀ ਹੋ ਜਾਂਦਾ ਆ। ਉਹ ਜਿਹੜੀ ਅਬਨੋਰਮਲ ਗਰੋਥ ਹੈਗੀ ਆ ਉਹ ਬਨਾਈਨ ਵੀ ਹੋ ਸਕਦੀ, ਮੈਲਿਗਨੈਂਟ ਵੀ ਹੋ ਸਕਦੀ। ਬਨਾਈਨ ਹੁੰਦੀ ਆ ਜਿਹੜੀ ਕਿ ਨੌਨ ਕੈਂਸਰਸ ਹੈਗੀ ਆ ਤੇ ਮੈਲਿਗਨੈਂਟ ਹੁੰਦੀ ਆ ਕੈਂਸਰਸ। ਇਹਨੂੰ ਅਸੀਂ ਸਵੈਲਿੰਗ ਵੀ ਕਹਿ ਦਿੰਦੇ ਆ ਤੇ ਮਾਸ ਵੀ ਕਹਿ ਦਿੰਦੇ ਹੈਗੇ ਆ। ਸੋ ਡੈਫੀਨੇਸ਼ਨ ਨਾਲ ਜਿਹੜੀ ਪਸ ਦੀ ਕਲੈਕਸ਼ਨ ਹੈਗੀ ਆ ਉਹ ਵੀ ਇੱਕ ਟਿਊਮਰ ਹੈਗਾ। ਜਿੱਦਾਂ ਪਸ ਦੀ ਐਬਸੈਸ ਹੁੰਦੀ ਆ ਉਹਨੂੰ ਵੀ ਅਸੀਂ ਇਹੀ ਕਹਿੰਦੇ ਆ। ਜਿਹੜੀ ਐਕਸਰਸਾਈਜ਼ ਕੀ ਹੈ, ਸ਼ਰਿੰਕ ਕਰ ਦਿੰਦੀ ਹੈ ਟਿਊਮਰ ਨੂੰ। ਹਾਂ, ਜੇ ਅਸੀਂ ਇਹ ਸਾਰੇ ਦੇਖਦੇ ਆ ਕਿ ਜਿਹੜੀ ਐਕਸਰਸਾਈਜ਼ ਹੈਗੀ ਆ ਉਹ ਸਾਡੇ ਲਈ ਬਹੁਤ ਅੱਛੀ ਹੈਗੀ ਆ। ਜਦੋਂ ਬੋਡੀ ਪਾਰਟ ਮੂਵ ਕਰਦੇ ਆ ਤੇ ਉਹ ਇੱਦਾਂ ਦੀਆਂ ਡੈਡਲੀ ਜਿਹੜੀਆਂ ਏਲਮੈਂਟਸ ਹੈਗੀਆਂ ਉਹਨਾਂ ਨੂੰ ਮਤਲਬ ਹੀਲ ਕਰਨ ਦੇ ਵਿੱਚ ਮਦਦ ਕਰਦੀਆਂ ਆ। ਜਿਹੜੀਆਂ 2 ਰੀਸੈਂਟ ਸਟੱਡੀਜ਼ ਆਈਆਂ ਆ ਉਹਨਾਂ ਦੇ ਵਿੱਚ ਦੱਸਿਆ ਗਿਆ ਆ ਕਿ ਐਕਸਰਸਾਈਜ਼ ਜਿਹੜੀ ਆ ਸਿਰਫ ਸਲੋ ਹੀ ਨਹੀਂ ਕਰਦੀ ਟਿਊਮਰ ਗਰੋਥ ਨੂੰ, ਬਟ ਇਹ ਰਿਕਵਰੀ ਨੂੰ ਵੀ ਸਪੀਡ ਅਪ ਕਰਦੀ ਆ, ਜਿਹੜੀ ਕ੍ਰਿਟੀਕਲ ਇਲਨੈਸ ਹੁੰਦੀ ਆ ਕਿਸੇ ਦੇ ਵਿੱਚ। ਕੀ ਟਿਊਮਰ ਜਿਹੜਾ ਆ ਗਰੋ ਕਰਨਾ ਸਟਾਪ ਕਰ ਦਿੰਦਾ ਆ? ਹਾਂ, ਜਦੋਂ ਮੈਲਿਗਨੈਂਟ ਟਿਊਮਰ ਕੋਈ ਵੀ ਕਿਸੇ ਇੱਕ ਏਰੀਆ ਦੇ ਵਿੱਚ ਹੈ ਤੇ
ਦੂਜੀ ਜਗ੍ਹਾ ਤੇ ਨਹੀਂ ਉਹ ਗਿਆ ਤਾਂ ਉਹਨੂੰ ਅਸੀਂ ਕਾਰਸੀਨੋਮਾ ਇਨ ਸਾਈਟੂ ਕਹਿੰਦੇ ਆ ਕਿ ਉਹ ਉਸੇ ਜਗ੍ਹਾ ਦੇ ਉੱਤੇ ਇੱਕੋ ਹੀ ਜਗ੍ਹਾ ਦੇ ਉੱਤੇ ਹੈ ਕਿ ਉਹ ਦੂਜੀ ਜਗ੍ਹਾ ਤੇ ਨਹੀਂ ਗਿਆ ਤੇ ਉਹਨੂੰ ਉਹ ਵੀ ਇੱਕ ਤਰ੍ਹਾਂ ਦੀ ਕੈਂਸਰਸ ਹੀ ਹੈਗਾ ਆ ਤੇ ਉਹਨੂੰ ਉਹ ਡੋਰਮੈਂਟ ਹੋ ਕੇ ਰਹਿ ਜਾਂਦਾ ਹੈਗਾ ਆ। ਟਿਊਮਰ ਫੀਲ ਕਿੱਦਾਂ ਅਸੀਂ ਕਰਦੇ ਹੈਗੇ ਆ ਜਦੋਂ ਇਹ ਉਹਦੇ ਸਾਈਜ਼ ਦੇ ਉੱਤੇ ਲੋਕੇਸ਼ਨ ਦੇ ਉੱਤੇ ਤੇ ਟਾਈਪ ਸਟੇਜ ਦੇ ਉੱਤੇ ਡਿਪੈਂਡ ਕਰਦਾ ਆ। ਜਿਹੜਾ ਕੈਂਸਰਸ ਲੰਪ ਇਨ ਬ੍ਰੈਸਟ ਹੈਗਾ ਆ ਉਹ ਫਰਮ ਫੀਲ ਕਰਦੇ ਆ, ਸੋਲਿਡ ਫੀਲ ਕਰਦੇ ਆ ਤੇ ਫਿਕਸਡ ਫੀਲ ਕਰਦੇ ਆ ਤੇ ਅੰਡਰਲਾਈਂਗ ਟਿਸ਼ੂ ਦੇ ਨਾਲ। ਤੇ ਜਿਹੜੇ ਲੰਪਸ ਇਦਾਂ ਦੇ ਹੈਗੇ ਆ ਪੇਨਲੈਸ ਹੁੰਦੇ ਆ ਪਰ ਕਈ ਜਿਹੜੇ ਹੈਗੇ ਆ ਉਹ ਪੇਨ ਵੀ ਪ੍ਰੋਡਿਊਸ ਕਰ ਦਿੰਦੇ ਆ ਜਿਹੜੇ ਥੋੜੇ ਪੇਸ਼ੈਂਟਸ ਦੇ ਵਿੱਚ। ਕੀ ਟਿਊਮਰ ਕਿਉਰੇਬਲ ਹੈਗੇ ਆ? ਸਮ ਬ੍ਰੇਨ ਟਿਊਮਰ ਜਿਹੜੇ ਆ ਉਹ ਬਹੁਤ ਸਲੋ ਗਰੋ ਕਰਦੇ ਆ, ਲੋ ਗ੍ਰੇਡ ਹੁੰਦੇ ਆ ਔਰ ਉਹ ਕਿਉਰ ਨਹੀਂ ਹੋ ਸਕਦੇ। ਏਜ ਤੇ ਡਾਇਗਨੋਸਿਸ ਡਿਪੈਂਡ ਕਰਦਾ ਕਿ ਕਿੰਨੀ ਏਜ ਹੈਗੀ ਆ ਤੇ ਇਵੈਂਚੁਅਲੀ ਜਿਹੜੇ ਕੈਂਸਰ ਹੁੰਦੇ ਆ ਉਹ ਡੈਥ ਕਾਜ਼ ਕਰ ਦਿੰਦੇ ਆ। ਜੇ ਫੁੱਲ ਲਾਈਫ ਤੇ ਲੈਣ ਤਾਂ ਕਈ ਹੋਰ ਬਿਮਾਰੀਆਂ ਤੋਂ ਵੀ ਆਦਮੀ ਦੀ ਡੈਥ ਹੋ ਜਾਂਦੀ ਆ ਉਸ ਕੈਂਸਰ ਦੇ ਦੌਰਾਨ। ਇਹ ਡਿਪੈਂਡ ਕਰਦਾ ਕਿ ਟਿਊਮਰ ਦਾ ਟਾਈਪ ਕਿਹੜਾ ਆ ਤੇ ਇਹ ਕਿੱਥੇ ਪ੍ਰੈਜ਼ੈਂਟ ਹੈਗਾ ਆ ਤੇ ਇਹ ਟ੍ਰੀਟਮੈਂਟ ਨੂੰ ਕਿਸ ਤਰ੍ਹਾਂ ਰਿਸਪੌਂਡ ਕਰਦਾ ਹੈਗਾ ਆ। ਇਹ ਇਸ ਤਰ੍ਹਾਂ ਦੇ ਸਾਰੇ ਡਿਪੈਂਡ ਕਰਦਾ ਹੈਗਾ ਆ। ਕੀ ਕੈਂਸਰ 6 ਮਹੀਨਿਆਂ 'ਚ ਡਿਵੈਲਪ ਕਰ ਸਕਦਾ ਹੈ? ਇਹ ਤੁਸੀਂ ਹੈਰਾਨ ਹੋਵੋਗੇ ਕਿ ਕਿੰਨਾ ਚਿਰ ਲੈ ਲੈਂਦਾ। ਇਹਦੇ ਬਾਰੇ ਕੋਈ ਆਨਸਰ ਨਹੀਂ ਹੈ ਸਟੇਟ ਫਾਰ ਕਿ ਕਈ ਕੈਂਸਰ ਜਿਹੜੇ ਹੈਗੇ ਆ ਉਹ ਕਈ ਮਹੀਨੇ ਔਰ ਸਾਲਾਂ ਬੱਧੀ ਹੁੰਦੇ ਆ। ਜਿੱਦਾਂ ਮੈਂ ਦੱਸਿਆ ਕਿ 10 ਸਾਲ 'ਚ ਪਤਾ ਹੀ ਨਹੀਂ ਲੱਗਦਾ ਕਿ ਕੈਂਸਰ ਹੈਗਾ ਆ ਕਿ ਨਹੀਂ, ਕਿਉਂਕਿ 10 ਸਾਲ ਦੇ ਵਿੱਚ ਸਿਰਫ 1 ਸੈਂਟੀਮੀਟਰ ਉਹ ਹੋਇਆ, ਸੈਂਟੀਮੀਟਰ ਜਿੰਨਾ ਕੁ ਹੈਗਾ ਆ ਉਹ ਪਤਾ ਹੀ ਨਹੀਂ ਲੱਗਦਾ ਵੀ ਇਹ ਰਸੌਲੀ ਹੈਗੀ ਆ ਕਿ ਨਹੀਂ ਹੈਗੀ। ਜੇ ਡੀਪ ਕਿਸੇ ਮਤਲਬ ਔਰਗਨ ਦੇ ਵਿੱਚ ਹੈਗੀ ਆ ਤੇ ਕੀ ਪਤਾ ਲੱਗਣਾ ਕਿ 1 ਸੈਂਟੀਮੀਟਰ ਦਾ ਹੈਗੀ ਆ ਕਿ ਨਹੀਂ ਹੈਗੀ। ਤੇ ਉਹਨੂੰ 10 ਸਾਲ ਤਾਂ ਹੋ ਗਏ ਆ, 10 ਸਾਲ 'ਚ ਤਾਂ ਉਹ ਸਾਰੀ ਬੋਡੀ ਦੇ ਵਿੱਚ ਫੈਲ ਗਿਆ ਆ। ਸਮ ਜਿਹੜੇ ਕਾਮਨਲੀ ਅਨਡਿਟੈਕਟਡ ਕੈਂਸਰਸ ਹੈਗੇ ਆ ਉਹ ਸਲੋ ਗਰੋਇੰਗ ਹੁੰਦੇ ਆ ਤੇ ਡਾਕਟਰ ਜਿਹੜੇ ਹੈਗੇ ਆ ਉਹਨਾਂ ਨੂੰ ਟ੍ਰੀਟਮੈਂਟ ਜਿਹੜੀ ਹੈਗੀ ਆ ਉਹ ਸਕਸੈਸਫੁਲ ਹੋ ਸਕਦੀ ਆ ਜੇ ਉਹਨਾਂ ਨੂੰ ਸਾਰਿਆਂ ਨੂੰ ਕੱਢ ਦਿੱਤਾ ਜਾਵੇ। ਕਈ ਹੈਲਥ ਕੰਡੀਸ਼ਨਸ ਹੈਗੀਆਂ ਜਿਹੜੀਆਂ ਆਉਂਦੀਆਂ ਔਰ ਚਲ ਜਾਂਦੀਆਂ ਹੈਗੀਆਂ ਪਰ ਇਹ ਕੈਂਸਰ ਲਈ ਨਹੀਂ ਹੈ। ਕੈਂਸਰ ਤਾਂ ਕੰਟੀਨਿਊਸਲੀ ਗਰੋ ਕਰਦਾ ਹੈਗਾ ਆ, ਉਹ ਮਤਲਬ ਆਇਆ ਔਰ ਗਿਆ ਨਹੀਂ ਹੈ। ਕੈਂਸਰ ਜਿਹੜਾ ਆ ਉਹ ਕਾਂਸਟੈਂਟ ਹੈਗਾ ਆ, ਕਾਂਸਟੈਂਟ ਸੈਟ ਆਫ ਸਿੰਪਟਮਸ ਹੈਗੇ ਆ ਜਿਹੜੇ ਹੌਲੀ ਹੌਲੀ ਵਰਸਨ ਕਰਦੇ ਆ, ਰਿਕਵਰ ਨਹੀਂ ਕਰਦੇ ਤੇ ਕਈ ਨਵੇਂ ਸਿੰਪਟਮ ਜਿਹੜੇ ਆ ਉਹ ਐਡ ਹੋਈ ਜਾਂਦੇ ਆ ਉਹਦੇ ਨਾਲ। ਕੀ ਅਸੀਂ ਕੈਂਸਰ ਸੈਲਸ ਦੇ ਨਾਲ ਬੋਰਨ ਹੋਏ ਆ? ਨੋ। ਸਾਡੇ ਜਦੋਂ ਅਸੀਂ ਪੈਦਾ ਹੁੰਦੇ ਆ ਉਸ ਵੇਲੇ ਸਾਡੇ ਬੋਡੀ ਦੇ ਵਿੱਚ ਕੈਂਸਰ ਸੈਲਸ ਨਹੀਂ ਹੁੰਦੇ। ਜਿਹੜੀ ਅਵਰ ਬੋਡੀ ਜਿਹੜੀ ਆ ਉਹ ਕੰਟੀਨਿਊਸਲੀ ਨਵੇਂ ਸੈੱਲ ਪ੍ਰੋਡਿਊਸ ਕਰਦੀ ਹੈਗੀ ਆ। ਜਿਹੜੇ ਨਵੇਂ ਸੈੱਲ ਹੈਗੇ ਆ ਜਦੋਂ ਇੱਕ ਮਤਲਬ ਡਿਵਾਈਡ ਕਰਦੇ ਆ ਤਾਂ ਉਹਦੇ ਵਿੱਚ ਕਈ ਵਾਰੀ ਮੁਟੇਸ਼ਨਸ ਹੋ ਜਾਂਦੀਆਂ ਤੇ ਉਹ ਕਈ ਵਾਰੀ ਪੋਟੈਂਸ਼ੀਅਲ ਕੈਂਸਰਸ ਹੋ ਜਾਂਦੇ ਹੈਗੇ ਆ। ਕੋਈ ਕਿਸੇ ਵੀ ਮੂਵਮੈਂਟ ਦੇ ਵਿੱਚ ਅਸੀਂ ਸੈੱਲ ਜਿਹੜੇ DNA ਡੈਮੇਜ ਹੋ ਜਾਂਦਾ ਆ। ਕਈ ਅਸੀਂ ਜਿੱਦਾਂ ਗਲਤ ਚੀਜ਼ਾਂ ਖਾਂਦੇ ਆ ਜਾਂ ਗਲਤ এনवायरमेंट ਹੈਗੀ ਆ ਜਾਂ ਟੌਕਸਿਕ ਚੀਜ਼ਾਂ ਸਾਡੇ ਬੋਡੀ ਦੇ ਵਿੱਚ ਚਲ ਜਾਂਦੀਆਂ, ਉਹ DNA ਨੂੰ ਡੈਮੇਜ ਕਰਕੇ ਉਹਨੂੰ ਕੈਂਸਰਸ ਬਣਾ ਦਿੰਦੀਆਂ। ਇਹਦਾ ਇਹ ਮਤਲਬ ਨਹੀਂ ਹੈ ਕਿ ਉਹ ਕੈਂਸਰ ਬਣਨਾ ਹੀ ਬਣਨਾ ਹੈਗਾ ਆ ਪਰ ਉਹਨੂੰ ਪ੍ਰੋਨ ਹੋ ਜਾਂਦਾ ਆ ਆਦਮੀ ਕਿ ਉਹ ਕੈਂਸਰ ਹੋ ਸਕਦਾ ਹੈਗਾ ਆ। ਕੈਂਸਰ ਸੈੱਲ ਨਵੇਂ ਕੈਂਸਰ ਸੈੱਲ ਕਿੱਦਾਂ ਨਾਰਮਲ ਸੈੱਲ ਤੋਂ ਬਣਦੇ ਆ? ਸੈੱਲਸ ਜਿਹੜੇ ਆ ਉਹ ਕੈਂਸਰਸ ਮਿਊਟੇਸ਼ਨਸ ਕਰਕੇ ਬਣ ਜਾਂਦੇ ਆ ਜਦੋਂ ਕਿ ਐਕੂਮੂਲੇਟ ਕਰ ਜਾਂਦੀਆਂ ਮਿਊਟੇਸ਼ਨ। ਰਿਸਰਚ 'ਚ ਪਾਇਆ ਗਿਆ ਹੈ ਕਿ ਕਈ ਵਾਰੀ ਤਾਂ ਕੈਂਸਰ ਸੈੱਲ ਜਿਹੜੇ ਆ ਉਹ 60 ਤੋਂ ਜ਼ਿਆਦਾ ਮਿਊਟੇਸ਼ਨਸ ਜਿਹੜੀਆਂ ਉਹਨਾਂ ਦੇ ਵਿੱਚ ਤਬਦੀਲੀਆਂ ਉਹਨਾਂ ਦੇ DNA ਦੇ ਵਿੱਚ 60 ਤੋਂ ਜ਼ਿਆਦਾ ਹੋ ਜਾਂਦੀਆਂ ਹੈਗੀਆਂ। ਕਿਹੜੇ ਸਾਈਨਸ ਹੈਗੇ ਆ ਕੈਂਸਰ? ਕਿੱਦਾਂ ਤੁਸੀਂ ਪਛਾਣ ਸਕਦੇ ਆ ਕਿ ਇਹ ਕੈਂਸਰ ਹੈਗਾ ਆ? 7 ਕੈਂਸਰ ਵਾਰਨਿੰਗ ਸਾਈਨਸ ਹੈਗੇ ਆ ਜਿਹੜੇ ਤੁਹਾਨੂੰ ਇਗਨੋਰ ਨਹੀਂ ਕਰਨੇ ਚਾਹੀਦੇ ਕਦੀ ਵੀ। ਇੱਕ ਤਾਂ ਇਹ ਆ ਕਿ ਜਦੋਂ ਤੁਹਾਡੇ ਬਲੈਡਰ, ਯੂਰਨਰੀ ਬਲੈਡਰ ਤੇ ਬਾਵਲ ਜਿਹੜੀ ਤੁਹਾਡੀ ਖੁਰਾਕ ਦੀ ਨਾਲੀ ਆ ਉਹਦੇ ਵਿੱਚ ਕੋਈ ਵੀ ਹੈਬਿਟ ਜਿਹੜੀ ਆ ਉਹ ਚੇਂਜ ਹੁੰਦੀ ਆ। ਹੈਬਿਟ ਚੇਂਜ ਕਿੱਦਾਂ ਹੁੰਦੀ ਆ ਕਿ ਪਿਸ਼ਾਬ ਜਿਹੜਾ ਹੈਗਾ ਆ ਉਹ ਉਹਦੇ ਵਿੱਚ ਕੋਈ ਪ੍ਰੋਬਲਮ ਆ ਜਾਂਦੀ ਆ ਜਾਂ ਤੁਹਾਡੇ ਡੈਫੀਕੇਸ਼ਨ ਜਾਂ ਤੁਹਾਡੀ ਸਟੂਲਸ ਦੇ ਵਿੱਚ ਜਾਂ ਲੈਟਰਿਨ ਦੇ ਵਿੱਚ ਕੋਈ ਪ੍ਰੋਬਲਮ ਆ ਜਾਂਦੀ ਆ ਤਾਂ ਉਹ ਚੇਂਜ ਜਿਹੜੀ ਆ ਇੱਕ ਤਾਂ ਉਹ ਸਾਈਨ ਹੈਗਾ ਆ।
ਕੋਈ ਵੀ ਫੋੜਾ ਜਾਂ ਫਿੰਸੀ ਜਿਹੜੀ ਹੀਲ ਨਹੀਂ ਹੁੰਦੀ। ਲਗਾਤਾਰ ਮਹੀਨੇ 2 ਮਹੀਨੇ ਹੋ ਗਏ ਆ ਕਿ ਫੋੜਾ ਕੋਈ ਹੀਲ ਹੀ ਨਹੀਂ ਹੁੰਦਾ ਬਹੁਤੀਆਂ ਦਵਾਈਆਂ ਕਰਕੇ, ਉਹ ਵੀ ਹੈਗਾ। ਅਨਯੂਜੂਅਲ ਬਲੀਡਿੰਗ ਔਰ ਡਿਸਚਾਰਜ, ਜਾਂ ਕਿਸੇ ਜ਼ਖਮ ਦੇ ਵਿੱਚ ਬਲੀਡਿੰਗ ਹੋਈ ਜਾਂਦੀ ਆ, ਜਾਂ ਕਿਸੇ ਆਰਗਨ ਚੋਂ ਬਲੀਡਿੰਗ ਹੋਈ ਜਾਂਦੀ ਆ, ਜਾਂ ਉਹਦੇ ਵਿੱਚੋਂ ਕੋਈ ਡਿਸਚਾਰਜ ਹੋਈ ਜਾਂਦਾ ਆ, ਕੋਈ ਪਸ ਨਿਕਲਦੀ ਆ, ਜਾਂ ਕੋਈ ਹੋਰ ਪਾਣੀ ਵਾਂਗੂ ਕੋਈ ਪਦਾਰਥ ਨਿਕਲੀ ਜਾਂਦਾ, ਤਾਂ ਉਹ ਵੀ ਅਨਯੂਜੂਅਲ ਹੈਗਾ ਆ। ਥਿਕਨਿੰਗ ਔਰ ਲੰਪ ਇਨ ਦਾ ਬ੍ਰੈਸਟ ਔਰ ਐਲਸਵੇਅਰ, ਜਾਂ ਕਿਤੇ ਰਸੌਲੀ ਹੋ ਜਾਂਦੀ ਆ ਕਿਤੇ ਵੀ ਬੋਡੀ ਦੇ ਵਿੱਚ, ਤੇ ਉਹ ਵੀ ਇੱਕ ਮਤਲਬ ਇਗਨੋਰ ਨਹੀਂ ਕਰਨ ਵਾਲਾ ਸਾਈਨ। ਦੂਜਾ ਇੰਡਾਈਜੈਸ਼ਨ ਔਰ ਡਿਫਿਕਲਟੀ ਇਨ ਸਵੈਲਿੰਗ, ਜਾਂ ਗਲੇ ਦੇ ਵਿੱਚ ਜੇ ਖਾਣ ਵਿੱਚ ਕੋਈ ਤਬਦੀਲੀ ਹੁੰਦੀ ਆ, ਜਾਂ ਡਿਫਿਕਲਟੀ ਹੁੰਦੀ ਆ, ਜਾਂ ਇੰਡਾਈਜੈਸ਼ਨ ਹੋ ਜਾਂਦਾ ਆ, ਉਹ ਵੀ ਇੱਕ ਸਾਈਨ ਹੈਗਾ ਆ। ਜਾਂ ਕਿਸੇ ਸਕਿਨ ਦੇ ਉੱਤੇ ਕੋਈ ਵਾਰਟਸ ਔਰ ਮੋਲਸ, ਕੋਈ ਮੋਕਾ ਹੈਗਾ ਆ ਜਿਹੜਾ ਕਿ ਹੀਲ ਨਹੀਂ ਹੁੰਦਾ, ਜਾਂ ਜਿਹੜਾ ਕਿ ਦਰਦ ਕਰਨ ਲੱਗ ਪੈਂਦਾ, ਜਾਂ ਖਾਰਿਸ਼ ਕਰਨ ਲੱਗ ਪੈਂਦਾ, ਜਾਂ ਉਹਦੇ ਵਿੱਚ ਚੇਂਜ ਆ ਜਾਂਦੀ, ਕਲਰ ਦੇ ਵਿੱਚ ਚੇਂਜ ਆ ਜਾਂਦੀ ਆ, ਉਹ ਵੀ ਇੱਕ ਕੈਂਸਰਸ ਸਾਈਨ ਹੋ ਸਕਦਾ। ਜਾਂ ਕਈਆਂ ਨੂੰ ਖੰਘ ਐਸੀ ਹੁੰਦੀ ਆ, ਹੋਰਸਨੈਸ ਹੋ ਜਾਂਦੀ ਆ, ਔਰ ਨੈਗਿੰਗ ਕਫ ਹੈਗੀ ਆ ਕਿ ਹਟਦੀ ਹੀ ਨਹੀਂ ਹੈ। ਇਹ 6-7 ਸਾਈਨ ਜਿਹੜੇ ਹੈਗੇ ਆ, ਇਹ ਇਗਨੋਰ ਨਹੀਂ ਕਰਨੇ ਚਾਹੀਦੇ। ਇਹਨਾਂ ਦਾ ਖਾਸ ਕਰਕੇ ਇਹਨਾਂ ਦਾ ਇਲਾਜ ਕਰਾਉਣਾ ਚਾਹੀਦਾ ਹੈਗਾ। ਕੈਂਸਰ ਘਰ ਦੇ ਵਿੱਚ ਕਿੱਦਾਂ ਅਸੀਂ ਟੈਸਟ ਕਰ ਸਕਦੇ ਹਾਂ? ਕੋਈ ਸਪੈਸੀਫਿਕ ਟੈਸਟ ਐਸਾ ਨਹੀਂ ਹੈ ਕਿ ਜਿਹਦੇ ਨਾਲ ਅਸੀਂ ਘਰ ਦੇ ਵਿੱਚ ਹੀ ਕੰਪਲੀਟ ਸਰਟਨਟੀ ਨਾਲ ਕਹਿ ਸਕੀਏ ਕਿ ਇਹ ਕੈਂਸਰ ਹੈਗਾ ਆ। ਹਾਂ, ਜੇ ਪੀਪਲ ਜਿਹੜੇ ਸੈਲਫ ਚੈੱਕ ਕਰਦੇ ਹੈਗੇ ਆ, ਸਪੌਟਸ ਐਂਡ ਚੇਂਜਸ ਅਬਨੋਰਮੈਲਿਟੀ, ਜਿਹੜੀਆਂ ਜਿੱਦਾਂ ਮੈਂ ਤੁਹਾਨੂੰ ਆ 7 ਚੀਜ਼ਾਂ ਦੱਸੀਆਂ ਆ, ਘਰ ਦੇ ਵਿੱਚ ਜੇ ਇਹ ਚੀਜ਼ਾਂ ਆਪ ਹੀ ਆਦਮੀ ਚੈੱਕ ਕਰਦਾ ਆ, ਤੇ ਉਹਨੂੰ ਕੁਛ ਇੱਕ ਆਈਡੀਆ ਹੋ ਜਾਂਦਾ ਕਿ ਇਹ ਕਿਤੇ ਕੈਂਸਰ ਤਾਂ ਨਹੀਂ ਹੈ। ਕੋਈ ਵੀ ਜਿਹੜਾ ਨੋਟਿਸ ਕਰਦਾ ਅਨਯੂਜੂਅਲ ਡੂਰਿੰਗ ਸੈਲਫ ਚੈੱਕ, ਜਿੱਦਾਂ ਬ੍ਰੈਸਟ ਲੇਡੀਜ਼ ਜਿਹੜੀਆਂ ਆ ਆਪਣੀ ਬ੍ਰੈਸਟ ਚੈੱਕ ਕਰਦੀਆਂ ਹੈਗੀਆਂ ਆ, ਉਹਨਾਂ ਨੂੰ ਜੇ ਕੋਈ ਰਸੌਲੀ ਵਗੈਰਾ ਦਾ ਪਤਾ ਲੱਗਦਾ ਆ, ਔਰ ਉਹ ਡਾਕਟਰ ਤੋਂ ਸਿੱਖ ਸਕਦੀਆਂ ਆ ਕਿ ਕਿਸ ਤਰ੍ਹਾਂ ਉਹਨਾਂ ਨੇ ਆਪਣੇ ਬ੍ਰੈਸਟ ਨੂੰ ਚੈੱਕ ਕਰਨਾ ਆ, ਕਿ ਰਸੌਲੀ ਦੇਖਣੀ ਆ ਕਿ ਕਿਸ ਤਰ੍ਹਾਂ ਵਿੱਚ ਉਹਦੇ ਵਿੱਚ ਕੋਈ ਰਸੌਲੀ ਹੈ ਜਾਂ ਨਹੀਂ ਹੈ। ਤਾਂ ਉਹ ਆਪਣਾ ਡਾਕਟਰ ਤੋਂ ਸਿੱਖ ਕੇ ਡੇਲੀ ਜਦੋਂ ਵੀ ਨਹਾਉਣ ਲੱਗਦੇ ਆ, ਜਾਂ ਵੈਸੇ ਆਪਣੇ ਘਰ ਦੇ ਵਿੱਚ ਮਿਰਰ ਦੇ ਸਾਹਮਣੇ ਖੜੇ ਹੋ ਕੇ ਉਹ ਚੈੱਕ ਕਰ ਸਕਦੇ ਆ ਕਿ ਉਹਨਾਂ ਦੇ ਰਸੌਲੀ ਕੋਈ ਹੈ ਜਾਂ ਨਹੀਂ ਹੈ। ਜਦੋਂ ਉਹ ਚੈੱਕ ਕਰਦੇ ਆ ਤਾਂ ਉਹਦੇ ਵਿੱਚ ਉਹਨਾਂ ਨੂੰ ਡਿਟੈਕਟ ਹੋ ਸਕਦੀ, ਜੇ ਛੋਟੀ ਵੀ ਕਿਤੇ ਰਸੌਲੀ ਹੈ, ਜੇ ਡੇਲੀ ਚੈੱਕ ਕਰਦੇ ਆ ਤਾਂ ਉਹ ਡਿਟੈਕਟ ਹੋ ਜਾਂਦੀ ਆ। ਅਗਰ ਕੋਈ ਛੋਟੀ ਰਸੌਲੀ ਜਿਹੜੀ ਹੈਗੀ ਆ, ਅਗਰ ਉਹ ਡਿਟੈਕਟ ਹੋ ਜਾਏ, ਅਗਰ ਉਹ ਰਿਮੂਵ ਹੋ ਜਾਏ, ਤੇ ਉਹ 100% ਕਿਉਰ ਵੀ ਹੋ ਸਕਦੀ ਹੈਗੀ ਆ। ਜਿਹੜੇ ਕੈਂਸਰ ਸੈਲਸ ਆ ਅਲਾਈਵ ਹੈਗੇ ਆ। ਹਾਂ, ਕੈਂਸਰ ਸੈਲ ਜਿਹੜੇ ਆ ਯੂਨੀਕ ਫੀਚਰ ਹੁੰਦਾ ਆ ਕਿ ਉਹ ਇਮੋਰਟਲ ਹੋ ਜਾਂਦੇ ਆ, ਮਤਲਬ ਮਰਦੇ ਨਹੀਂ ਹੈ। ਸਮ ਰਿਸਰਚਰਸ ਕਹਿੰਦੇ ਆ ਕਿ ਉਹ ਇਮੋਰਟਲ ਹੈਗੇ ਆ। ਐਂਜ਼ਾਈਮ ਹੁੰਦਾ ਇੱਕ ਟੀਲੋਮਰੇਜ਼ ਜਿਹੜਾ ਆ, ਉਹ ਉਹਨਾਂ ਦੀ ਲਾਈਫ ਸਪੈਨ ਨੂੰ ਐਕਸਟੈਂਡ ਕਰ ਦਿੰਦਾ ਹੈ। ਜਿਹੜੇ ਕਿ ਟੀਲੋਮਰੇਜ਼ ਮੋਸਟ ਸੈਲਸ ਹੈਗੇ ਆ, ਉਹ ਉਹਨਾਂ ਨੂੰ ਸ਼ਾਰਟਨ ਹੋ ਜਾਂਦੇ ਆ, ਟੀਲੋਮੀਅਰਸ ਜਿਹੜੇ ਹੈਗੇ ਆ ਉਹ, ਪਰ ਇਹਨਾਂ ਦੇ ਵਿੱਚ ਉਹ ਜਿਹੜੇ ਹੈਗੇ ਆ ਟੀਲੋਮਰੇਜ਼ ਜਿਹੜਾ ਆ ਉਹਨਾਂ ਦੀ ਲਾਈਫ ਨੂੰ ਐਕਸਟੈਂਡ ਕਰ ਦਿੰਦਾ ਆ। ਇਸ ਕਰਕੇ ਉਹ ਕੰਟੀਨਿਊਸਲੀ ਬੇਤਹਾਸ਼ਾ ਜਿਹੜੇ ਆ ਉਹ ਵਧੀ ਜਾਂਦੇ ਹੈਗੇ ਆ। ਵਾਰਨਿੰਗ ਡੇਂਜਰ ਸਾਈਨਸ ਆਫ ਕੈਂਸਰ ਕੀ ਆ? ਜਿੱਦਾਂ ਮੈਂ ਦੱਸਿਆ ਕਿ ਵਾਰਨਿੰਗ ਸਾਈਨਸ ਆਫ ਪੋਸੀਬਲ ਕੈਂਸਰ ਇਨਕਲੂਡ ਦਾ ਫਾਲੋਇੰਗ। ਇਹ ਕੀ ਆ? ਅਨਐਕਸਪਲੇਨਡ weight loss ਹੈਗੀ ਆ। weight loss ਅਨਐਕਸਪਲੇਨਡ ਹੈਗੀ ਆ ਕਿ ਭਾਰ ਤੁਹਾਡਾ ਘਟੀ ਗਿਆ। ਫਟੀਗ ਰਹਿੰਦੀ ਆ ਕ੍ਰੋਨਿਕ, ਨਾਈਟ ਸਵੈਟਸ ਆਉਣ ਲੱਗ ਪੈਂਦੇ ਹੈਗੇ ਆ। ਲਾਸ ਆਫ ਐਪੀਟਾਈਟ ਵੀ ਹੋ ਸਕਦੀ ਆ। ਨਿਊ ਪਰਸਿਸਟੈਂਟ ਪੇਨ ਆ, ਨਵਾਂ ਹੀ ਹੋਇਆ ਔਰ ਪਰਸਿਸਟ ਕਰ ਰਿਹਾ ਪੇਨ, ਉਹ ਵੀ ਇਹਦਾ ਕਾਰਨ ਹੋ ਸਕਦਾ। ਰੀਕਰੈਂਟ ਨੌਸ਼ੀਆ ਐਂਡ ਵੋਮਿਟਿੰਗ ਹੋ ਜਾਂਦੀ ਆ ਕਿ ਬਾਰ-ਬਾਰ ਹੋਈ ਜਾਂਦਾ ਹੈਗਾ ਆ। ਬਲੱਡ ਯੂਰਿਨ ਦੇ ਵਿੱਚ ਬਲੱਡ ਆ ਗਿਆ, ਜਾਂ ਬਲੱਡ ਸਟੂਲ ਦੇ ਵਿੱਚ ਆ ਗਿਆ, ਜਿਹੜਾ ਕਿ ਵਿਜ਼ੀਬਲ ਹੋ ਸਕਦਾ ਤੇ ਡਿਟੈਕਟੇਬਲ ਬਾਈ ਸਪੈਸ਼ਲ ਟੈਸਟ ਹੋ ਸਕਦਾ। ਇਹ ਸਾਰੇ ਜਿਹੜੇ ਸਾਈਨਸ ਹੈਗੇ ਆ, ਇਹ ਦੱਸ ਸਕਦੇ ਆ ਸਾਨੂੰ ਕਿ ਕਿਤੇ ਕੈਂਸਰ ਦੀ ਤਕਲੀਫ ਤਾਂ ਨਹੀਂ ਹੈ। ਟੈਸਟ ਕਿਹੜੇ ਹੈਗੇ ਆ? ਅਸੀਂ ਟੈਸਟ ਇਮੇਜਿੰਗ ਦੇ ਨਾਲ ਕਰਾ ਸਕਦੇ ਹਾਂ। ਇੱਕ ਤਾਂ ਸੀਟੀ ਸਕੈਨ ਕਰਾ ਸਕਦੇ ਹਾਂ, ਬੋਨ ਸਕੈਨ ਕਰਾ ਸਕਦੇ ਹਾਂ, MRI ਕਰਾ ਸਕਦੇ ਹਾਂ, ਪੈਟ ਸਕੈਨ ਕਰ ਸਕਦੇ ਹਾਂ, ਅਲਟਰਾਸਾਊਂਡ ਕਰਾ ਸਕਦੇ ਹਾਂ, ਐਕਸ-ਰੇ ਕਰਾ ਸਕਦੇ ਹਾਂ, ਤੇ ਬਿਓਪਸੀ ਜਿਹੜੀ ਹੈਗੀ ਆ ਟੁਕੜਾ ਲੈ ਕੇ ਚੈੱਕ ਕਰਵਾ ਸਕਦੇ ਹਾਂ। ਇਹਨਾਂ ਸਾਰਿਆਂ ਦੇ ਨਾਲ ਅਸੀਂ ਕੈਂਸਰ ਨੂੰ ਟੈਸਟ ਕਰ ਸਕਦੇ ਹਾਂ। ਬਿਓਪਸੀ ਦੇ ਵਿੱਚ ਜਿਹੜਾ ਡਾਕਟਰ ਹੈਗਾ ਸੈਂਪਲ ਕਲੈਕਟ ਸੈਲਸ ਦਾ ਕਰ ਲੈਂਦਾ, ਤੇ ਉਹ ਲੈਬੋਰਟਰੀ ਦੇ ਵਿੱਚ ਉਹਦੀ ਡਾਇਗਨੋਸਿਸ ਹੋ ਜਾਂਦੀ ਹੈਗੀ। ਸਟੇਜਿਸ ਕਿਹੜੀਆਂ ਹੈਗੀਆਂ ਸੈੱਲ ਸਾਈਕਲ ਦੀਆਂ? ਜਿਹੜਾ ਕਿ ਨਾਰਮਲ ਸੈੱਲ ਹੈਗਾ ਆ, ਉਹਦੀਆਂ 4 ਸਟੇਜਸ ਹੁੰਦੀਆਂ ਆ, G1, S, G2 ਐਂਡ M। ਜਿਹੜੀ S ਹੈਗੀ ਆ ਸਿੰਥੇਸਿਸ ਫੇਜ਼ ਹੈ, ਤੇ DNA ਰੈਪਲੀਕੇਸ਼ਨ ਅਕਰਸ, ਤੇ M ਸਟੇਜ ਹੈਗੀ ਮਾਈਟੋਸਿਸ ਦੀ, ਜਿਹੜੀ ਕਿ ਸੈੱਲ ਦੀ ਐਕਚੁਅਲੀ ਡਿਵਾਈਡ ਕਰਦਾ ਹੈਗਾ ਆ। ਇਹ
ਨਾਰਮਲ ਸੈੱਲ ਦੀਆਂ ਹੈਗੀਆਂ ਆ। ਤੇ ਇਸੇ ਤਰ੍ਹਾਂ ਆ ਸਟੇजेस ਦਿੱਤੀਆਂ ਹੈਗੀਆਂ ਆ, ਕਿਸ ਤਰ੍ਹਾਂ ਸੈੱਲ ਜਿਹੜਾ ਹੈਗਾ ਆ ਉਹ ਕ੍ਰੋਮੋਸੋਮ ਸੈੱਲ ਦੇ ਵਿੱਚ ਕਿੱਦਾਂ ਕੰਡੈਂਸ ਹੁੰਦੇ ਹੈਗੇ ਆ। ਤੇ ਇਹਦਾ ਦੋ ਪਾਸੇ ਹੁੰਦੇ ਆ ਸਪਿੰਡਲ ਫਾਈਬਰਸ, ਇੱਕ ਪਾਸੇ ਇੱਧਰ ਆ ਇੱਕ ਪਾਸੇ ਇੱਧਰ ਹੈਗੀਆਂ ਆ। ਨਿਊਕਲੀਅਰ ਜਿਹੜਾ ਐਨਵੈਲਪ ਜਿਹੜਾ ਹੈਗਾ ਆ ਉਹ ਬ੍ਰੇਕ ਡਾਊਨ ਹੋ ਜਾਂਦੀ, ਨਿਊਕਲੀਅਰ ਦੀ ਜਿਹੜੀ ਕੰਧ ਹੈਗੀ ਆ, ਇਹ ਵਾਲ ਹੈਗੀ ਆ, ਫਿਰ ਇਹ ਇੱਕ ਪਾਸੇ ਨੂੰ ਇੱਧਰ ਨੂੰ ਖਿੱਚਣਾ ਹੋ ਜਾਂਦਾ ਹੈ, ਦੂਜੇ ਪਾਸੇ ਨੂੰ ਇੱਧਰ ਹੋ ਜਾਂਦਾ। ਇਹਦੇ ਵਿੱਚ ਫਿਰ ਇਹ ਪ੍ਰੋਮੈਟਾਫੇਜ਼ ਹੈਗੀ ਆ, ਇੱਧਰ ਆ ਕੇ ਲੱਗ ਗਿਆ, ਇੱਧਰ ਆ ਕੇ ਲੱਗ ਗਿਆ, ਅੱਧੇ ਅੱਧੇ ਇੱਧਰ ਹੋ ਗਏ, ਅੱਧੇ ਇੱਧਰ ਚੱਲ ਜਾਂਦੇ ਆ, ਅੱਧੇ ਇੱਧਰ ਚੱਲ ਜਾਂਦੇ ਆ। ਇਹੀ ਫਿਰ ਪ੍ਰੋਸੈਸ ਇੱਥੇ ਮੈਟਾਫੇਜ਼ ਚੱਲਦਾ ਹੈਗਾ। ਇਹ ਅੱਧੇ ਅੱਧੇ ਇੱਧਰ ਤੇ ਅੱਧੇ ਇੱਧਰ ਜਾਣ ਦੇ, ਫਿਰ ਐਨਾਫੇਜ਼ ਦੇ ਵਿੱਚ ਇਹ ਅੱਧੇ ਇੱਧਰ ਨੂੰ ਮੁੜ ਗਏ ਆ, ਅੱਧੇ ਇੱਧਰ ਨੂੰ ਮੁੜ ਗਏ ਹੈਗੇ ਆ। ਇੱਧਰ ਜਿਹੜੇ ਬਣ ਗਏ ਹੈਗੇ ਆ ਇਹ ਇੱਧਰ ਆ ਕੇ ਕਲੈਕਟ ਹੋ ਜਾਣੇ ਆ, ਇਹ ਇੱਧਰ ਆ ਕੇ ਕਲੈਕਟ ਹੋ ਜਾਣੇ ਕ੍ਰੋਮੋਸੋਮਸ। ਆ ਫਿਰ ਜਿਹੜੇ ਇੱਧਰ ਆਏ ਆ ਉਹ ਇੱਧਰ ਬਣ ਗਏ ਆ, ਇਹ ਇੱਧਰ ਬਣ ਗਏ ਆ। ਬਾਅਦ ਦੇ ਵਿੱਚ ਆ ਕਲੀਵੇਜ ਆ ਕੇ ਇੱਧਰ ਇੱਧਰ ਹੋ ਗਈ ਆ, ਇੱਧਰ ਆ ਹੋ ਗਈ ਆ। ਇਸ ਤਰੀਕੇ ਦੇ ਨਾਲ ਇਹ 1 ਤੋਂ 2 ਹੋ ਜਾਂਦੇ ਆ। ਇਸ 1 ਤੋਂ 2 ਬਣਨ ਦੇ ਵਿੱਚ ਜਿਹੜਾ ਮੈਂ ਤੁਹਾਨੂੰ ਸਮਾਂ ਦੱਸਿਆ ਹੈਗਾ, ਇਹ ਕੈਂਸਰ ਸੈਲਸ ਦੇ ਵਿੱਚ 15 ਦਿਨ ਤੋਂ ਲੈ ਕੇ 500 ਦਿਨ ਤੱਕ ਡਿਫਰੈਂਟ ਸੈੱਲਾਂ ਦੇ ਵਿੱਚ ਲੱਗਦਾ ਆ। ਤੇ ਜਿਹੜੇ ਮਤਲਬ ਐਵਰੇਜ ਅਸੀਂ ਅਗਰ 100 ਦਿਨ ਲਈਏ ਤਾਂ ਇੱਕ ਸੈੱਲ ਤੋਂ ਦੂਜੇ ਸੈੱਲ ਨੂੰ 2 ਸੈੱਲ ਬਣਨ ਦੇ ਵਿੱਚ 100 ਦਿਨ ਲੱਗਦਾ ਆ। ਤੇ ਇਹਦਾ ਮਤਲਬ ਆ ਕਿ 1 ਤੋਂ ਬਣਨ ਦੇ ਵਿੱਚ 2 ਦੇ ਵਿੱਚ 100 ਦਿਨ ਲੱਗਾ, 2 ਤੋਂ 4 ਦੇ ਵਿੱਚ ਲੱਗੇ 200 ਦਿਨ, 4 ਤੋਂ 8 ਦੇ ਵਿੱਚ ਲੱਗੇ 300 ਦਿਨ। ਜਾਨੀ 300 ਦਿਨ ਦੇ ਵਿੱਚ ਜਾਨੀ ਤਕਰੀਬਨ ਸਾਲ ਦੇ ਵਿੱਚ 8 ਸੈੱਲ ਹੋਏ ਇੱਕ ਵਾਰੀ ਦੇ ਵਿੱਚ। ਤੇ ਇਹਦਾ ਮਤਲਬ ਕੀ ਆ? ਇਹਦਾ ਮਤਲਬ ਇਹ ਆ ਕਿ ਇਹ ਬਹੁਤ ਸਲੋ ਜਿਹੜਾ ਆ ਇਹਦੀ ਏਦਾਂ ਗਰੋਥ ਹੁੰਦੀ ਆ। ਔਰ 1 ਮਿਲੀਮੀਟਰ ਜਿਹੜਾ ਹੈਗਾ ਆ, ਜਿੱਦਾਂ ਮੈਂ ਤੁਹਾਨੂੰ ਦੱਸਿਆ ਆ ਕਿ ਉਹਦੇ ਵਿੱਚ 1 ਲੱਖ ਸੈੱਲ ਬਣ ਜਾਂਦਾ ਹੈਗਾ ਆ। ਸੋ ਏਦਾਂ ਟਾਈਮ ਤੁਸੀਂ ਨੋਟ ਕਰ ਸਕਦੇ ਆ ਕਿ ਕਿਸ ਤਰ੍ਹਾਂ ਇਹ ਵੱਧਦੇ ਹੈਗੇ ਆ। ਤੇ ਅੱਗੇ ਜਿਹੜਾ ਹੈਗਾ ਆ, ਵਾਈ ਡੂ ਸੈਲ ਡਿਵਾਈਡ ਕਿਉਂ ਕਰਦੇ ਆ? ਸੈਲ ਡਿਵਾਈਡ ਕਈ ਰੀਜ਼ਨ ਹੈਗੇ ਆ, ਜਿੱਦਾਂ ਕਿ ਸਕਿਨ ਦੇ ਵਿੱਚ ਹੈਗੇ ਆ, ਨੀ ਦੇ ਵਿੱਚ ਹੈਗੇ ਆ, ਰਿਪਲੇਸ ਜਿਹੜੇ ਓਲਡ ਆ, ਡੈਡ ਆ, ਡੈਮੇਜ ਸੈੱਲ ਆ, ਉਹਨਾਂ ਨੂੰ ਹਰ ਵੇਲੇ ਜਾਨੀ ਸੈੱਲ ਜਿਹੜੇ ਹੈਗੇ ਆ ਉਹ ਡਿਵਾਈਡ ਹੁੰਦੇ ਆ ਔਰ ਨਵੇਂ ਬਣੀ ਜਾਂਦੇ ਹੈਗੇ ਆ। ਤਕਰੀਬਨ 50,000 ਸੈੱਲ ਜਿਹੜੇ ਆ ਸਾਡੇ ਡੇਲੀ ਜਿਹੜੇ ਆ ਉਹ ਡਿਸਟਰੋਏ ਹੁੰਦੇ ਹੈਗੇ ਆ। ਸੈੱਲ ਜਿਹੜੇ ਆ ਜਿਹੜੀਆਂ ਨਵੀਆਂ ਲਿਵਿੰਗ ਚੀਜ਼ਾਂ ਹੈਗੀਆਂ, ਜੇ ਉਹ ਗਰੋ ਕਰਨੀਆਂ ਹੈਗੀਆਂ ਤਾਂ ਸੈੱਲਾਂ ਨੇ ਡਿਵਾਈਡ ਕਰਕੇ ਹੀ ਗਰੋ ਕਰਨਾ ਹੈਗਾ ਆ। ਆਰਗੇਨਿਜ਼ਮ ਵੀ ਜਿਹੜੇ ਗਰੋ ਕਰਦੇ ਆ, ਸੈੱਲਸ ਜਿਹੜੇ ਡਿਵਾਈਡ ਕਰਦੇ ਤੇ ਮੋਰ ਹੋਰ ਪ੍ਰੋਡਿਊਸ ਕਰੀ ਜਾਂਦੇ ਆ। ਇਸ ਤਰ੍ਹਾਂ ਹੈ ਸਕਿਨ ਵੀ। ਜੇ ਤੁਸੀਂ ਦੇਖਿਆ ਹੋਊਗਾ ਕਿ ਜਿਹੜਾ ਜ਼ਖਮ ਹੈਗਾ ਉਹ ਜੇ ਭਰਨਾ ਹੈਗਾ ਆ ਤਾਂ ਉਹ ਡਿਵਾਈਡ ਹੋ ਕੇ ਸੈੱਲ ਨਵੇਂ ਆਉਣੇ ਆ, ਉਹ ਨਵੇਂ ਸੈੱਲ ਜਿਹੜੇ ਆ ਉਹ ਮਤਲਬ ਉਹਨੂੰ ਡਿਵਾਈਡ ਕਰਕੇ ਹੀਲ ਕਰਦੇ ਆ। ਕੀ ਕੈਂਸਰ ਪ੍ਰੀਵੈਂਟ ਕੀਤੇ ਜਾ ਸਕਦੇ ਆ? ਹਾਂ, ਕੈਂਸਰ ਪ੍ਰੀਵੈਂਸ਼ਨ ਜਿਹੜਾ ਐਕਸ਼ਨ ਹੈਗਾ ਆ ਉਹ ਰਿਸਕ ਅਸੀਂ ਜਿਹੜੇ ਆ ਉਹ ਅਸੀਂ ਘਟਾ ਸਕਦੇ ਆ ਤੇ ਕੈਂਸਰ ਨੂੰ ਪ੍ਰੀਵੈਂਟ ਕਰ ਸਕਦੇ ਆ। ਇਹ ਹੈਲਦੀ ਲਾਈਫ ਸਟਾਈਲ ਹੋਵੇ, ਜਿਹੜੇ ਐਕਸਪੋਜ਼ਰ ਟੂ ਕੈਂਸਰ ਕਾਜ਼ਿੰਗ ਸਬਸਟੈਂਸਸ ਹੈਗੇ ਆ, ਜਿੱਦਾਂ ਸਿਗਰਟ ਹੈਗੀ ਆ, ਸ਼ਰਾਬ ਹੈਗੀ ਆ, ਜਾਂ ਹੋਰ ਟੌਕਸਿਕ ਚੀਜ਼ਾਂ ਹੈਗੀਆਂ, ਅਗਰ ਅਸੀਂ ਉਹ ਨਹੀਂ ਕਰਦੇ ਤੇ ਫਿਰ ਅਸੀਂ ਕੈਂਸਰ ਤੋਂ ਬਚ ਸਕਦੇ ਆ। ਮੈਡੀਸਨਸ ਕਈ ਹੈਗੇ ਆ, ਜੇ ਵੈਕਸੀਨਸ ਵਗੈਰਾ ਆ ਅਸੀਂ ਉਹ ਲੈ ਲੈਂਦੇ ਆ ਤਾਂ ਫਿਰ ਵੀ ਕੈਂਸਰ ਤੋਂ ਅਸੀਂ ਪ੍ਰੀਵੈਂਟ ਕਰ ਸਕਦੇ ਹੈਗੇ ਆ। ਹਾਊ ਕੈਨ ਵੀ ਪ੍ਰੀਵੈਂਟ ਫਰੋਮ ਕੈਂਸਰ ਸੈਲਸ? ਤੇ ਇਹ ਟਿਪਸ ਹੈਗੀਆਂ ਜਿਹੜੀਆਂ ਹੈਗੀਆਂ। ਡੋਂਟ ਯੂਜ਼ ਤੰਬਾਕੂ ਦਾ ਯੂਜ਼ ਨਹੀਂ ਕਰਨਾ ਚਾਹੀਦਾ, ਕਿਉਂਕਿ ਲੰਗ ਕੈਂਸਰ ਜਿਹੜਾ ਹੈਗਾ ਆ ਉਹ ਮਤਲਬ ਕੈਂਸਰ ਨੂੰ ਦਾਵਤ ਬਹੁਤ ਖੁੱਲ ਕੇ ਹੈਗੀ ਆ। ਅਸੀਂ ਜੇ ਹੈਲਦੀ ਡਾਈਟ ਕਰਦੇ ਆ, ਸਾਡੀ ਜਿਹੜੀ ਇਮਿਊਨਿਟੀ ਹੈਗੀ ਆ ਉਹ ਸਟਰੋਂਗ ਹੈਗੀ ਆ। ਤੇ ਇਸੇ ਤਰ੍ਹਾਂ ਹੈਗਾ ਕਿ ਕੈਂਸਰ ਸੈੱਲ ਤਾਂ ਸਾਡੇ ਹਰ ਸਰੀਰ ਦੇ ਵਿੱਚ ਕੈਂਸਰ ਸੈਲਸ ਹੁੰਦੇ ਆ, ਕਿਉਂਕਿ ਜਦੋਂ ਮੁਟੇਸ਼ਨਸ ਹੁੰਦੀਆਂ ਸੈੱਲ ਡਿਵਾਈਡ ਕਰਦਾ ਆ ਤਾਂ ਮੁਟੇਸ਼ਨ ਹੋਣੀਆਂ ਆ, DNA ਦੇ ਵਿੱਚ ਚੇਂਜਸ ਆਣੀਆਂ ਹੀ ਆ। ਤੇ ਉਹ ਸਾਡੇ ਜਿਹੜੇ ਨਾਰਮਲ ਇਮਿਊਨ ਸੈਲਸ ਹੈਗੇ ਆ, ਇਮਿਊਨ ਸੈਲਸ ਉਹਨਾਂ ਨੂੰ ਹਰ ਵਕਤ ਜਿਹੜੇ ਆ ਉਹ ਮਤਲਬ ਖਤਮ ਕਰੀ ਜਾਂਦੇ ਆ। ਇਮਿਊਨ ਕਿਲਰ ਸੈੱਲ ਅਸੀਂ ਉਹਨਾਂ ਨੂੰ ਕਹਿੰਦੇ ਆ। ਉਹ ਹਰ ਵਕਤ ਸਾਡੇ ਜਿਹੜੇ ਕੈਂਸਰ ਸੈਲਸ ਹੈਗੇ ਆ, ਡੈਮੇਜ ਸੈਲ ਹੈਗੇ ਆ, ਜਾਂ ਡਰੇਨਡ ਸੈਲਸ ਹੈਗੇ ਆ, ਉਹਨਾਂ ਨੂੰ ਮਤਲਬ ਹਰ ਵੇਲੇ ਖਤਮ ਕਰੀ ਜਾਂਦੇ ਆ ਤਾਂ ਕਿ ਜਿਹੜੇ ਨਵੇਂ ਸੈਲਸ ਹੈਗੇ ਆ ਉਹ ਹੋਈ ਜਾਣ। ਤਾਂ ਇਸ ਕਰਕੇ ਅਗਰ ਅਸੀਂ ਹੈਲਦੀ ਡਾਈਟ ਲੈਂਦੇ ਆ, ਕੋਈ ਟੌਕਸਿਕ ਡਾਈਟ ਨਹੀਂ ਲੈਂਦੇ, ਤਾਂ ਉਹ ਵੀ ਅਸੀਂ ਪ੍ਰੀਵੈਂਟ ਕਰ ਸਕਦੇ ਆ। ਹੈਲਦੀ ਵੇਟ, ਜਿਹੜਾ ਸਾਡਾ ਵੇਟ ਹੈਗਾ ਆ
ਉਹ ਮਤਲਬ ਅਗਰ ਨਾਰਮਲ ਹੈਗਾ ਆ, ਓਬੀਜ਼ ਨਹੀਂ ਹੈ, ਅਸੀਂ weight ਜ਼ਿਆਦਾ ਨਹੀਂ ਹੈ, ਫਿਜ਼ੀਕਲੀ ਅਸੀਂ ਐਕਟਿਵ ਹੈਗੇ ਆ, ਮਤਲਬ ਸੁਸਤ ਨਹੀਂ ਰਹਿੰਦੇ, ਅਸੀਂ ਮੂਵਿੰਗ ਹਰ ਵੇਲੇ ਮੂਵ ਕਰਦੇ ਰਹਿੰਦੇ ਆ, ਉਹਦੇ ਨਾਲ ਸਾਡੇ ਕੀ ਹੈ, ਸਾਡੀ ਇਮਿਊਨਿਟੀ ਜਿਹੜੀ ਆ ਉਹ ਵੀ ਸਟਰੋਂਗ ਹੁੰਦੀ ਆ, ਸਾਡੀ ਬਾਡੀ ਵੀ ਸਟਰੋਂਗ ਹੁੰਦੀ ਆ, ਤੇ ਸਾਡਾ ਜਿਹੜਾ ਕੈਂਸਰ ਨੂੰ ਲੜਨ ਦੀ ਸ਼ਕਤੀ ਹੈਗੀ ਆ ਉਹ ਵੀ ਵੱਧ ਜਾਂਦੀ ਹੈਗੀ ਆ। ਤੇ ਕਾਫੀ ਅਸੀਂ ਵੈਸੇ ਤਾਂ ਸਨ ਦੇ ਵਿੱਚ ਜਾਣਾ ਚਾਹੀਦਾ, 20-15-20 ਮਿੰਟ ਤਾਂ ਜ਼ਰੂਰੀ ਹੈਗਾ ਆ, ਪਰ ਸੂਰਜ ਦੇ ਵਿੱਚ ਜ਼ਿਆਦਾ ਜਿਹੜਾ ਹੈਗਾ ਆ ਉਹ ਅਵੋਇਡ ਕਰਨਾ ਚਾਹੀਦਾ ਕਿ ਸਾਡੀ ਜਿਹੜੀ ਸਕਿਨ ਹੈਗੀ ਆ ਉਹ ਬਰਨ ਨਾ ਹੋਵੇ। ਬਰਨਿੰਗ ਤੋਂ ਪਹਿਲਾਂ ਪਹਿਲਾਂ ਸਾਨੂੰ ਸਨ ਦੇ ਵਿੱਚੋਂ ਮਤਲਬ ਉੱਠ ਜਾਣਾ ਚਾਹੀਦਾ ਹੈਗਾ। ਤੇ ਵੈਕਸੀਨੇਸ਼ਨ ਹੈਗੇ ਆ ਕਈ ਜਿਹੜੇ ਹੈਗੇ ਆ ਉਹ ਸਾਨੂੰ ਲਵਾਉਣੇ ਚਾਹੀਦੇ ਹੈਗੇ ਆ, ਜਿਹਦੇ ਨਾਲ ਸਾਡਾ ਜਿਹੜੇ ਕਈ ਵਾਇਰਸਿਸ ਹੈਗੇ ਆ ਉਹ ਉਹਨਾਂ ਦੇ ਜਿਹੜੇ ਕੈਂਸਰਸ ਹੈਗੇ ਆ ਉਹ ਅਸੀਂ ਪ੍ਰੋਟੈਕਟ ਕਰ ਸਕਦੇ ਆ। ਜਿਹੜਾ ਰਿਸਕੀ ਬਿਹੇਵੀਅਰ ਹੈਗਾ ਆ ਉਹ ਅਸੀਂ ਰੋਕ ਸਕਦੇ ਆ, ਉਹਦੇ ਉੱਤੇ ਮਤਲਬ ਧਿਆਨ ਦੇ ਸਕਦੇ ਹੈਗੇ ਆ। ਮੈਡੀਕਲ ਕੇਅਰ ਰੱਖੀਏ, ਰੈਗੂਲਰ ਚੈੱਕਅਪ ਕਰਵਾ ਲਈਏ ਤਾਂ ਉਹਦੇ ਨਾਲ ਵੀ, ਜਿੱਦਾਂ ਬ੍ਰੈਸਟ ਕੈਂਸਰ ਹੈਗਾ ਆ ਜਾਂ ਬਾਵਲ ਕੈਂਸਰ ਹੈਗਾ, ਜੇ ਅਸੀਂ ਪ੍ਰੋਸਟੇਟ ਕੈਂਸਰ ਹੈਗਾ, ਜੇ ਰੈਗੂਲਰ ਚੈੱਕਅਪ ਕਰਾਉਂਦੇ ਰਹਿੰਦੇ ਆ ਤੇ ਸਾਨੂੰ ਪਤਾ ਲੱਗ ਸਕਦਾ ਆ ਕਿ ਡਾਕਟਰ ਕੋਲੋਂ ਕਿ ਇਹ ਸਾਨੂੰ ਕੋਈ ਕੈਂਸਰ ਦੇ ਪਹਿਲੇ ਅਲਾਮਤਾਂ ਤਾਂ ਨਹੀਂ ਹੈ। ਜੇ ਪਹਿਲਾਂ ਅਲਾਮਤਾਂ ਹੋਣ ਤਾਂ ਪਹਿਲਾਂ ਪਤਾ ਲੱਗ ਜਾਂਦਾ ਤੇ ਅਸੀਂ ਉਹਨੂੰ ਪ੍ਰੀਵੈਂਟ ਕਰ ਸਕਦੇ ਹੈਗੇ ਆ। ਲਾਈਫ ਸਟਾਈਲ ਮੈਡੀਸਨ ਜਿਹੜੀ ਆ ਉਹ ਬਹੁਤ ਹੀ ਇੰਪੋਰਟੈਂਟ ਹੈਗੀ ਆ। ਔਰ ਲਾਈਫ ਸਟਾਈਲ ਮੈਡੀਸਨ ਕੀ ਆ ਇਹ ਮੈਂ ਤੁਹਾਨੂੰ ਦੱਸਦਾ ਹਾਂ। ਲਾਈਫ ਸਟਾਈਲ ਮੈਡੀਸਨ ਇਜ਼ ਅ ਥੈਰਾਪਿਊਟਿਕ ਯੂਜ਼ ਆਫ ਐਵੀਡੈਂਸ ਬੇਸਡ ਲਾਈਫ ਸਟਾਈਲ ਇੰਟਰਵੈਂਸ਼ਨਸ ਟੂ ਟ੍ਰੀਟ ਐਂਡ ਪ੍ਰੀਵੈਂਟ ਲਾਈਫ ਸਟਾਈਲ ਰਿਲੇਟਡ ਡਿਜ਼ੀਜ਼ਸ ਇਨ ਅ ਕਲੀਨਿਕਲ ਸੈਟਿੰਗ। ਜਿਹੜੀ ਲਾਈਫ ਸਟਾਈਲ ਮੈਡੀਸਨ ਹੈ ਇੰਪਾਵਰ ਕਰਦੀ ਇੰਡੀਵਿਜੂਅਲਸ ਨੂੰ ਕਿ ਨੌਲੇਜ ਉਹਨਾਂ ਦੀ ਲਾਈਫ ਸਕਿੱਲਸ ਕੀ ਹੈ ਤੇ ਇਫੈਕਟਿਵ ਬਿਹੇਵੀਅਰ ਚੇਂਜਸ ਕਿਹੜੀਆਂ ਹੈਗੀਆਂ, ਜਿਹੜੀਆਂ ਸਾਡੇ ਅਸੀਂ ਜੀਵਨ ਦੇ ਵਿੱਚ ਆਪਣੇ ਚੇਂਜਸ ਕਰਨੀਆਂ ਹੈ, ਜਿਹੜੀਆਂ ਕਿ ਅੰਡਰਲਾਈ ਕਾਜ਼ ਆਫ ਡਿਜ਼ੀਜ਼ ਨੂੰ ਅਸੀਂ ਖਤਮ ਕਰ ਦਈਏ। ਜਿਹੜਾ ਕਾਜ਼ ਹੈਗਾ ਉਹੀ ਖਤਮ ਹੋ ਜਾਏਗਾ ਜੇ ਅਸੀਂ ਆਪਣੇ ਲਾਈਫ ਸਟਾਈਲ ਨੂੰ ਚੇਂਜ ਕਰਕੇ ਬੈਟਰ ਲਾਈਫ ਸਟਾਈਲ ਕਰ ਲਈਏ। ਤੇ ਉਹਦੇ ਵਿੱਚ ਕੀ ਆ ਜਾਂਦਾ ਹੈਗਾ ਆ ਉਹ ਮੈਂ ਤੁਹਾਨੂੰ ਦੱਸਦਾ ਹੈਗਾ। ਉਹਦੇ ਵਿੱਚ ਲਾਈਫ ਸਟਾਈਲ ਇੰਟਰਵੈਂਸ਼ਨ ਦੇ ਵਿੱਚ ਆ ਜਾਂਦਾ ਕਿ ਹੈਲਥਫੁਲ ਈਟਿੰਗ ਆਫ ਹੋਲ ਪਲਾਂਟ ਬੇਸਡ ਫੂਡ। ਜਿੰਨੇ ਵੀ ਸਾਡੇ ਪਲਾਂਟ ਬੇਸਡ ਫੂਡ ਹੈਗੇ ਆ, ਅਗਰ ਅਸੀਂ ਉਹਨੂੰ ਆਪਣਾ ਰੂਟੀਨ ਬਣਾ ਲਈਏ ਔਰ ਜਿਹੜਾ ਐਨੀਮਲ ਫੂਡ ਵਾ ਉਹਨੂੰ ਇੱਕ ਤਰ੍ਹਾਂ ਦੀ ਬਿਲਕੁਲ ਤਲਾਂਜਲੀ ਦੇ ਦਈਏ, ਕਿਉਂਕਿ ਜਿੰਨੇ ਵੀ ਕੈਂਸਰ ਦੇ ਪ੍ਰੋਡਿਊਸਿੰਗ ਮੈਲੀਕਿਊਲਸ ਬਣਦੇ ਆ ਉਹ ਸਾਰੇ ਐਨੀਮਲ ਫੂਡ ਤੋਂ ਬਣਦੇ ਹੈਗੇ ਆ। ਸੋ ਇਸ ਕਰਕੇ ਐਨੀਮਲ ਫੂਡ ਜਿਹੜਾ ਹੈਗਾ ਉਹਦੇ ਵਿੱਚ ਕੀ ਆ ਜਾਂਦਾ, ਮੀਟ, ਮੁਰਗਾ, ਫਿਸ਼, ਆਪਣਾ ਦੁੱਧ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹਨਾਂ ਦੀਆਂ ਪ੍ਰੋਟੀਨ ਐਨੀਮਲ ਪ੍ਰੋਟੀਨ ਜਿਹੜੀਆਂ ਹੈਗੀਆਂ ਇਹ ਕੈਂਸਰ ਪ੍ਰੋਡਿਊਸਿੰਗ ਹੁੰਦੀਆਂ ਆ। ਤੋ ਇਸ ਕਰਕੇ ਅਗਰ ਅਸੀਂ ਇਹਨਾਂ ਨੂੰ ਅਵੋਇਡ ਕਰਦੇ ਆ ਔਰ ਪਲਾਂਟ ਬੇਸਡ ਫੂਡ ਜਿੰਨਾ ਹੈਗਾ ਆ, ਸਬਜ਼ੀਆਂ ਹੈ, ਫਰੂਟ ਹੈਗੇ ਆ, ਦਾਲਾਂ ਹੈਗੀਆਂ, ਗ੍ਰੇਨਸ ਹੈਗੇ ਆ, ਉਹ ਅਸੀਂ ਲੈਨੇ ਹੈਗੇ ਆ, ਤਾਂ ਉਹਦੇ ਨਾਲ ਅਸੀਂ ਹੈਲਥਫੁਲ ਈਟਿੰਗ ਖਾ ਕੇ ਆਪਣੇ ਕੈਂਸਰ ਦੇ ਮਤਲਬ ਪ੍ਰੀਵੈਂਟ ਕਰ ਸਕਦੇ ਹੈਗੇ ਆ। ਫਿਜ਼ੀਕਲ ਐਕਟੀਵਿਟੀ ਜਿਹੜੀ ਹੈਗੀ ਆ ਉਹ ਅਸੀਂ ਅਗਰ ਵਧਾ ਕੇ ਅਸੀਂ ਮਤਲਬ 45 ਮਿੰਟ ਜਿਹੜੀ ਆ ਆਪਣੀ ਸੈਰ ਕਰ ਸਕਦੇ ਹੈਗੇ ਆ। ਫਿਰ ਹਰ ਵੇਲੇ 24 ਘੰਟੇ ਅਸੀਂ ਆਪਣੀ ਬਾਡੀ ਨੂੰ ਮੂਵ ਔਨ ਦਾ ਮੂਵ ਰੱਖਦੇ ਹੈਗੇ ਆ। ਮਤਲਬ ਕੋਈ ਨਾ ਕੋਈ ਕੰਮ ਕਰਦੇ ਰਹਿੰਦੇ ਆ, ਹਿਲਦੇ ਜੁਲਦੇ ਰਹਿੰਦੇ ਆ, ਬੈਠਦੇ ਨਹੀਂ ਹੈ, ਸੈਡੈਂਟਰੀ ਨਹੀਂ ਰਹਿੰਦੇ। ਸੋ ਇਸ ਕਰਕੇ ਬਾਡੀ ਅਗਰ ਹਿਲਦੀ ਜੁਲਦੀ ਰਹਿੰਦੀ ਆ ਤਾਂ ਉਹਦੇ ਨਾਲ ਵੀ ਜਿਹੜੀ ਸਾਡੀ ਲਿੰਫੈਟਿਕ ਸਿਸਟਮ ਹੈਗੀ ਆ ਉਹ ਵਰਕ ਕਰਦੀ ਰਹਿੰਦੀ ਆ ਤੇ ਸਾਡੇ ਜਿੰਨੇ ਵੀ ਟੌਕਸਿਕ ਮਟੀਰੀਅਲ ਹੁੰਦਾ, ਵੇਸਟ ਪ੍ਰੋਡਕਟਸ ਹੁੰਦੇ ਆ, ਉਹ ਸਾਰੇ ਬਾਡੀ ਚੋਂ ਨਿਕਲਦੇ ਰਹਿੰਦੇ ਆ ਮੂਵਮੈਂਟ ਦੇ ਨਾਲ, ਤੇ ਉਹਦੇ ਨਾਲ ਸਫਾਈ ਹੁੰਦੀ ਰਹਿੰਦੀ ਆ ਔਰ ਕੈਂਸਰ ਦੇ ਚਾਂਸਸ ਜਿਹੜੇ ਹੈਗੇ ਆ ਉਹ ਬਹੁਤ ਘਟ ਜਾਂਦੇ ਹੈਗੇ ਆ। ਇੱਕ ਚੀਜ਼ ਹੈਗੀ ਆ ਸਟ੍ਰੈਸ ਦੀ, ਜਿਹੜਾ ਕਿ ਸਟ੍ਰੈਸ ਜਿਹੜਾ ਸਾਡੇ ਸਰੀਰ ਲਈ ਬਹੁਤ ਹੀ ਘਾਤਕ ਹੁੰਦਾ ਆ। ਸਟ੍ਰੈਸ ਦੇ ਨਾਲ ਜਿਹੜੇ ਸਟ੍ਰੈਸ ਹਾਰਮੋਨ ਬਣ ਜਾਂਦੇ ਆ ਔਰ ਉਹ ਹਾਰਮੋਨ ਜਿਹੜੇ ਆ ਉਹ ਕੈਂਸਰ ਬਣਨ ਦੇ ਵਿੱਚ ਬਹੁਤ ਸਹਿਯੋਗ ਦਿੰਦੇ ਆ, ਕਿਉਂਕਿ ਉਹਦੇ ਨਾਲ ਜਿੰਨੀ ਵੀ ਸਾਡੀ ਇਮਿਊਨਿਟੀ ਹੈਗੀ ਆ ਉਹ ਇਫੈਕਟ ਹੁੰਦੀ ਆ। ਇਮਿਊਨਿਟੀ ਜਦੋਂ ਘਟ ਜਾਂਦੀ ਆ ਤੇ ਕੈਂਸਰ ਨੂੰ ਵਧਣ ਫੁੱਲਣ ਦੇ ਚਾਂਸਸ ਬਹੁਤ ਜ਼ਿਆਦਾ ਹੋ ਜਾਂਦੇ ਆ। ਸੋ ਇਸ ਕਰਕੇ ਜਿੰਨੀ ਵੀ ਹੋ ਸਕੇ ਅਸੀਂ ਆਪਣੇ ਸਟ੍ਰੈਸ ਜਿਹੜਾ ਹੈਗਾ, ਸਾਡਾ ਤਣਾਅ ਹੈਗਾ ਮਨ ਦੇ ਉੱਤੇ, ਐਂਜ਼ਾਈਟੀ ਹੈਗੀ ਆ, ਫੀਅਰ ਹੈਗਾ, ਵਰੀ ਹੈਗੀ ਆ, ਨੈਗੇਟਿਵਿਟੀ ਹੈਗੀ ਆ, ਇਹਨਾਂ ਸਾਰੀਆਂ ਚੀਜ਼ਾਂ ਨੂੰ ਸਾਨੂੰ ਤਲਾਂਜਲੀ ਦੇਣੀ ਚਾਹੀਦੀ ਆ ਤਾਂ ਕਿ ਅਸੀਂ ਇਹਨਾਂ ਕੈਂਸਰ ਤੋਂ ਬਚ ਸਕੀਏ। ਜਿਹੜੀ ਰਿਲੇਸ਼ਨਸ਼ਿਪ ਹੈਗੀ ਆ ਇਹ ਵੀ ਬਹੁਤ ਸਾਡੀ, ਕਈ ਸਾਡੇ ਰਿਲੇਸ਼ਨ ਜਿਹੜੇ ਹੈਗੇ ਆ ਬੜੇ ਟੌਕਸਿਕ ਰਿਲੇਸ਼ਨ ਹੈਗੇ ਆ। ਅਸੀਂ ਇੱਕ ਦੂਜੇ ਦੇ ਮਤਲਬ ਬਰਖਲਾਫ ਗੱਲਾਂ ਕਰਦੇ ਰਹਿੰਦੇ ਹੈਗੇ ਆ, ਚੁਗਲੀਆਂ ਕਰਦੇ ਰਹਿੰਦੇ ਆ, ਕਿਸੇ ਦੀ
ਬੈਕ ਬਾਈਟਿੰਗ ਕਰਦੇ ਰਹਿੰਦੇ ਹੈਗੇ ਆ, ਜਾਂ ਕਿਸੇ ਦੇ ਬਾਰੇ ਮਾੜੇ ਸ਼ਬਦ ਕਹੀ ਜਾਂਦੇ ਹੈਗੇ ਆ, ਕ੍ਰਿਟਿਸਿਜ਼ਮ ਦੇ ਵਿੱਚ ਉਲਝੇ ਰਹਿੰਦੇ ਆ, ਜਾਂ ਕਿਸੇ ਨੂੰ ਅਸੀਂ ਮਤਲਬ ਵੈਸੇ ਵੀ ਗਲਤ ਬੋਲਦੇ ਹੈਗੇ ਆ, ਉਹਦੇ ਨਾਲ ਵੀ ਸਾਡਾ ਜਿਹੜਾ ਦਿਮਾਗ ਹੈਗਾ ਆ ਉਹ ਪਹਿਲਾਂ ਅਸਰ ਤਾਂ ਸਾਡੇ ਦਿਮਾਗ ਤੇ ਕਰਦਾ, ਦੂਜੇ ਲਈ ਤਾਂ ਬਾਅਦ ਦੇ ਵਿੱਚ ਕਰੇਗਾ। ਇਸ ਕਰਕੇ ਉਹ ਜਿਹੜੀਆਂ ਚੀਜ਼ਾਂ ਟੌਕਸਿਕ ਰਿਲੇਸ਼ਨਸ਼ਿਪ ਹੈਗੀਆਂ, ਟੌਕਸਿਕ ਚੀਜ਼ਾਂ ਹੈਗੀਆਂ, ਉਹ ਸਾਡੇ ਦਿਮਾਗ ਦੇ ਵਿੱਚੋਂ ਮਤਲਬ ਸਾਡੇ ਬੋਡੀ ਦੇ ਉੱਤੇ ਪਹਿਲਾਂ ਅਸਰ ਕਰਦੀਆਂ ਆ, ਤਾਂ ਉਹਦੇ ਨਾਲ ਫਿਰ ਇਹ ਸਾਨੂੰ ਕੈਂਸਰ ਹੋਣ ਦੇ ਵਿੱਚ ਜ਼ਿਆਦਾ ਮਦਦ ਮਿਲਦੀ ਆ। ਉਹ ਸਾਰੀਆਂ ਜੇ ਅਸੀਂ ਫੋਰਗਿਵਨੈਸ ਕਰ ਦਈਏ, ਕਿਸੇ ਨੂੰ ਦਿਆਲਤਾ ਵਰਤ ਦਈਏ, ਕਿਸੇ ਦੇ ਪਿਆਰ ਦੇ ਨਾਲ ਗੱਲਬਾਤ ਕਰ ਲਈਏ, ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ, ਵੈਲਿਊਜ਼ ਜਿਹੜੀਆਂ ਹੈਗੀਆਂ ਆ, ਇਹਨਾਂ ਦੇ ਨਾਲ ਕੈਂਸਰ ਜਿਹੜਾ ਆ ਦੌੜਦਾ ਆ। ਇਹਨਾਂ ਦੇ ਲਾਗੇ ਕੈਂਸਰ ਤੇ ਕੋਈ ਗੱਲ ਨਹੀਂ ਹੁੰਦੀ, ਕਿਉਂਕਿ ਹਾਰਮੋਨ ਜਿਹੜੇ ਹੈਗੇ ਆ ਉਹ ਇਸ ਤਰ੍ਹਾਂ ਦੇ ਜਿਹੜੇ ਪੋਜ਼ਿਟਿਵ ਹਾਰਮੋਨਸ ਹੈਗੇ ਆ ਉਹ ਸਾਡੀ ਬੋਡੀ ਦੇ ਵਿੱਚ ਪੈਦਾ ਹੋ ਜਾਂਦੇ ਆ, ਔਰ ਉਹਦੇ ਨਾਲ ਇਮਿਊਨਿਟੀ ਵੀ ਜ਼ਿਆਦਾ ਵੱਧ ਜਾਂਦੀ ਆ, ਔਰ ਕੈਂਸਰ ਨੂੰ ਵੀ ਉਹ ਤਲਾਂਜਲੀ ਦੇ ਦਿੰਦੇ ਹੈਗੇ ਆ। ਇੰਪਰੂਵ ਯੋਰ ਸਲੀਪ, ਜਿਹੜੀ ਸਾਡੀ ਨੀਂਦ ਹੈਗੀ ਆ 7 ਤੋਂ 8 ਘੰਟੇ, ਉਹ ਬਹੁਤ ਜ਼ਰੂਰੀ ਹੈਗੀ ਆ, ਕਿਉਂਕਿ ਜਿੰਨਾ ਵੀ ਸਾਡੀ ਬੋਡੀ ਦਾ ਸਫਾਈ ਹੋਣੀ ਹੈਗੀ ਆ ਬੋਡੀ ਦੀ, ਉਹ ਸਾਰੀ ਨੀਂਦ ਦੇ ਵਿੱਚ ਹੁੰਦੀ ਹੈਗੀ ਆ। ਤੇ ਉਹਦੇ ਵਿੱਚ ਜੇ ਸਾਡੀ ਸਫਾਈ ਪੂਰੀ ਹੋਈ ਜਾਂਦੀ ਹੈਗੀ ਆ, ਔਰ ਸਾਡੀ ਜਿਹੜੀ ਰਿਪੇਅਰ ਹੈਗੀ ਆ, ਡਿਵੈਲਪਮੈਂਟ ਹੈਗੀ ਆ, ਉਹ ਸਾਰੀ ਨੀਂਦ ਦੇ ਵਿੱਚ ਹੋਣੀ ਆ, ਤੇ ਉਹਦੇ ਨਾਲ ਵੀ ਸਾਡਾ ਜਿਹੜਾ ਕੈਂਸਰ ਦਾ ਰੋਗ ਹੈਗਾ ਆ ਉਹ ਕੱਟਿਆ ਜਾਂਦਾ ਹੈਗਾ ਆ। ਤੇ ਜੇ ਅਸੀਂ ਸਲੀਪ ਥੋੜੀ ਲੈਂਦੇ ਹੈਗੇ ਆ, ਉਹਦੇ ਨਾਲ ਸਾਡੀ ਇਮਿਊਨਿਟੀ ਵੀ ਖਰਾਬ ਹੁੰਦੀ ਆ, ਔਰ ਸਾਡੀ ਜਿਹੜੀ ਰਿਪੇਅਰ ਵੀ ਨਹੀਂ ਹੁੰਦੀ ਬੋਡੀ ਦੀ, ਤੇ ਅਨਰਿਪੇਅਰਡ ਰਹਿ ਜਾਂਦਾ ਆ, ਤੇ ਉਹਦੇ ਨਾਲ ਫਿਰ ਸਾਡੇ ਕੈਂਸਰ ਹੋਣ ਦੇ ਚਾਂਸ ਜਿਹੜੇ ਆ ਉਹ ਜ਼ਿਆਦਾ ਹੋ ਜਾਂਦੇ ਹੈਗੇ ਆ। ਫਿਰ ਉਹਦੇ ਨਾਲ ਮੋਟਾਪਾ ਵੀ ਹੋ ਜਾਂਦਾ ਆ, ਔਰ ਉਹਦੇ ਨਾਲ ਹੋਰ ਵੀ ਕਈ ਚੀਜ਼ਾਂ ਜਿਹੜੀਆਂ ਕਈ ਤਰ੍ਹਾਂ ਦੀਆਂ ਹੋਰ ਬਿਮਾਰੀਆਂ ਵੀ ਲੱਗ ਜਾਂਦੀਆਂ ਹੈ। ਅਵੋਇਡ ਟੌਕਸਿਕ ਐਂਡ ਰਿਸਕੀ ਸਬਸਟੈਂਸ, ਜਿੰਨਾ ਵੀ ਅਸੀਂ ਗਲਤ ਚੀਜ਼ਾਂ ਖਾਂਦੇ ਆ, ਗਲਤ ਵਾਤਾਵਰਨ 'ਚ ਰਹਿੰਦੇ ਆ, ਗਲਤ ਪਾਣੀ ਵਗੈਰਾ ਦਾ ਇਸਤੇਮਾਲ ਕਰਦੇ ਹੈਗੇ ਆ, ਗਲਤ ਸ਼ਰਾਬ ਵਗੈਰਾ ਜਾਂ ਹੋਰ ਚੀਜ਼ਾਂ ਜਿਹੜੀਆਂ ਵੀ ਅਸੀਂ ਟੌਕਸਿਕ ਮੈਡੀਸਨਸ ਵੀ ਈਵਨ ਲੈਂਦੇ ਹੈਗੇ ਆ, ਇਹਨਾਂ ਸਾਰੀਆਂ ਟੌਕਸਿਕ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਕੈਂਸਰ ਲਈ ਭਾਰੂ ਆ, ਔਰ ਕੈਂਸਰ ਨੂੰ ਬਣਾਉਣ ਦੇ ਵਿੱਚ ਬਹੁਤ ਮਦਦ ਕਰਦੀਆਂ ਆ। ਇਸ ਕਰਕੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਹੈ ਸਾਨੂੰ ਬਚਣਾ ਚਾਹੀਦਾ ਹੈਗਾ ਆ, ਔਰ ਇਹ ਜਿਹੜਾ ਹੈਗਾ ਕੋਈ ਵੀ ਚੀਜ਼ ਏਦਾਂ ਦੀ ਸਾਨੂੰ ਇਸਤੇਮਾਲ ਨਹੀਂ ਕਰਨੀ ਚਾਹੀਦੀ। ਇਹ ਬਹੁਤ ਮਤਲਬ ਵਧੀਆ ਚੀਜ਼ ਸੀ ਕਿ ਤੁਸੀਂ ਇਸ ਤੋਂ ਮੇਰਾ ਖਿਆਲ ਆ ਕਿ ਕਾਫੀ ਫਾਇਦਾ ਲਿਆ ਹੋਊਗਾ। ਇਹ ਮੁੱਢਲੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਹਰ ਇਨਸਾਨ ਨੂੰ ਪਤਾ ਹੋਣੀਆਂ ਚਾਹੀਦੀਆਂ ਕਿ ਕੈਂਸਰ ਕੀ ਚੀਜ਼ ਆ। ਇਹ ਇੱਕ ਹਊਆ ਨਹੀਂ ਹੈ, ਇਹਨੂੰ ਤੁਸੀਂ ਰੋਕ ਵੀ ਸਕਦੇ ਆ, ਔਰ ਇਹਦੇ ਤੋਂ ਤੁਸੀਂ ਮਤਲਬ ਜੇ ਤੁਹਾਡਾ ਲਾਈਫ ਸਟਾਈਲ, ਤੁਹਾਡੀ ਜਿਹੜੀ ਜ਼ਿੰਦਗੀ ਦਾ ਹੈਲਥ ਹੈਗੀ ਆ ਉਹ ਅੱਛੀ ਹੈਗੀ ਆ, ਤੇ ਤੁਸੀਂ ਕੈਂਸਰ ਦਾ ਕੋਈ ਫਿਕਰ ਵਾਲੀ ਗੱਲ ਨਹੀਂ ਹੁੰਦੀ, ਤੇ ਤੁਸੀਂ ਇਹ ਤੋਂ ਭਲੀ ਭਾਂਤ ਜਾਣੂ ਹੋ ਕੇ ਇਹ ਤੋਂ ਬਚ ਸਕਦੇ ਹੈਗੇ ਆ। ਮੈਂ ਇੰਨਾ ਹੀ ਕਹਿੰਦਾ ਹੋਇਆ ਤੁਹਾਡਾ ਸ਼ੁਕਰੀਆ ਅਦਾ ਕਰਦਾ ਕਿ ਤੁਸੀਂ ਇੰਨਾ ਚਿਰ ਟਾਈਮ ਦਿੱਤਾ। ਥੈਂਕ ਯੂ ਵੈਰੀ ਮਚ ਜੀ। ਥੈਂਕ ਯੂ ਡਾਕਟਰ ਸਾਹਿਬ। ਅਗਰ ਕਿਸੇ ਦਾ ਕੁਐਸਚਨ ਹੈਗਾ ਤਾਂ ਪੁੱਛ ਸਕਦਾ ਆ। ਡਾਕਟਰ ਸਾਹਿਬ, ਜਿਹੜੇ ਤੁਸੀਂ 7 ਸਾਈਨਸ ਆਫ ਕੈਂਸਰ ਦੱਸੇ ਹੈਗੇ ਆ, ਜਾਂ ਜਿਹੜੇ ਤੁਸੀਂ ਵਾਰਨਿੰਗ ਆਫ ਸਾਈਨਸ ਦੱਸੇ ਆ, ਇਹ ਇਨੀਸ਼ੀਅਲ ਸਟੇਜ ਤੇ ਇਹ ਸਾਈਨ ਜਿਹੜੇ ਸਾਨੂੰ ਅਕਰ ਹੁੰਦੇ ਬੋਡੀ ਦੇ ਵਿੱਚ? ਇਨੀਸ਼ੀਅਲ ਸਟੇਜ ਤਾਂ ਪਤਾ ਹੀ ਨਹੀਂ ਲੱਗਦਾ, ਜਿਹੜੀ ਮੈਂ ਤੁਹਾਨੂੰ ਇਸੇ ਕਰਕੇ ਮੈਂ ਦੱਸਿਆ ਕਿ ਜਦ ਤੱਕ ਕੈਂਸਰ ਨੇ 1 ਸੈਂਟੀਮੀਟਰ ਦਾ ਹੋਣਾ ਆ 10 ਸਾਲ ਲੱਗ ਗਏ ਜੀ, ਠੀਕ ਹੈ ਨਾ। ਉਦੋਂ ਤੱਕ ਤਾਂ ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਹੈ ਕਿ ਨਹੀਂ ਹੈ, ਉਹਨੇ ਅਸਰ ਕੀ ਕਰਨਾ, 1 ਸੈਂਟੀਮੀਟਰ ਨੇ ਬੋਡੀ ਦੇ ਵਿੱਚ ਕੀ ਅਸਰ ਕਰਨਾ, ਪਤਾ ਹੀ ਨਹੀਂ ਚੱਲਦਾ। ਇਹੀ ਤਾਂ ਇੱਕ ਤਰਾਸਦੀ ਆ। ਇਹ ਤਰਾਸਦੀ ਜਿਹੜੀ ਡਾਕਟਰ ਆ ਉਹ ਦੱਸਦੇ ਨਹੀਂ ਹੈ ਜੀ। ਮੇਰੀ ਗੱਲ ਸਮਝਦੇ ਨਹੀਂ ਕਿ ਜਿੰਨੇ ਵੀ ਹੁਣ ਆਪਰੇਸ਼ਨ ਕਰਦੇ ਆ ਜਾਂ ਤੁਹਾਨੂੰ ਜੀ ਠੀਕ ਕਰ ਦੇਣਾ ਜਾਂ ਆ ਮਤਲਬ ਕਰੀ ਜਾਣਾ, ਉਹ ਇਹ ਚੀਜ਼ ਨਹੀਂ ਦੱਸਦੇ ਕਿ ਇਸ ਨੂੰ ਹੋਏ ਨੂੰ 10 ਸਾਲ ਹੋ ਗਏ ਆ। 10 ਸਾਲ ਤਾਂ ਇੱਕ ਅੰਦਾਜ਼ੇ ਨਾਲ ਆ, ਕਈਆਂ ਨੂੰ 12 15 ਸਾਲ ਵੀ ਹੋ ਜਾਂਦੇ ਆ। ਜਿੱਦਾਂ ਇੱਕ ਮੈਂ ਦੱਸਿਆ ਕਿ 40 ਸਾਲ ਜਿਹੜਾ ਪ੍ਰੋਸਟੇਟ ਦਾ ਕੈਂਸਰ ਸੀ ਉਹਨੂੰ 40 ਸਾਲ ਤੱਕ ਹੁੰਦੇ ਰਹੇ, ਦੇਖਦੇ ਰਹੇ, ਚੱਲਦਾ ਰਿਹਾ, ਠੀਕ ਹੈ ਨਾ। ਸੋ ਇਸ ਕਰਕੇ ਜਿੱਦਾਂ 15 ਤੋਂ ਲੈ ਕੇ 500 ਦਿਨ ਤੱਕ ਇੱਕ ਸੈੱਲ ਤੋਂ 2 ਸੈੱਲ ਬਣਨੇ ਆ। ਹਾਂਜੀ, ਜਿਹੜਾ ਮੈਂ 100 ਦਿਨ ਦੱਸਿਆ ਉਹ ਤਾਂ ਐਵਰੇਜ ਦੱਸਿਆ ਨਾ ਜੀ। ਕਈ ਸੈੱਲ ਤਾਂ ਹੈਗੇ ਆ 15 ਦਿਨ ਲੱਗਦੇ ਆ 1 ਤੋਂ 2 ਹੋਣ ਨੂੰ,
ਤੇ ਕਈਆਂ ਨੂੰ 500 ਦਿਨ ਲੱਗ ਜਾਂਦਾ 1 ਤੋਂ 2 ਹੋਣ ਨੂੰ, ਠੀਕ ਹੈ ਕਿ ਨਹੀਂ? ਹਰ ਤਰ੍ਹਾਂ ਦੇ ਡਿਫਰੈਂਟ ਸੈੱਲ ਹੈਗੇ ਆ। ਸੋ ਇਸ ਕਰਕੇ ਇਹ ਮਤਲਬ ਉਹਦਾ ਟਾਈਮਿੰਗ ਜਿਹੜਾ ਹੈਗਾ 1 ਤੋਂ 2, 2 ਤੋਂ 4 ਸੈੱਲ ਕਿੰਨਾ ਹੁੰਦਾ 20 ਨੈਨੋਮੀਟਰ। 1 ਮਿਲੀਮੀਟਰ ਦੇ ਵਿੱਚ ਜਿੱਦਾਂ ਮੈਂ 1 ਲੱਖ ਸੈੱਲ ਜਿਹੜਾ ਆ ਉਹ 1 ਮਿਲੀਮੀਟਰ, 1 ਲੱਖ ਬਣਨ ਲਈ ਕਿੰਨੀ ਮਤਲਬ ਚਾਹੀਦੀ ਆ 1 ਤੋਂ 2, 2 ਤੋਂ 4, 4 ਤੋਂ 8, 8 ਤੋਂ 16, 16 ਤੋਂ 32, 32 ਤੋਂ 64, 64 ਤੋਂ 128, 256, 512, 1024, मतलब हाले 1024 होया और किन्ने 100 दिन हो गए। जी सर बिल्कुल ठीक है कि नहीं? सो इस तरह हैगा हाले होए 1024 आ पर हो गए किन्ने, ठीक है कि नहीं? 1024 तो 2048, 2048 तो 4196 हाँ जी सर बिल्कुल 4196 तो हाले मतलब 10,000 नहीं होया। जी सर बिल्कुल ठीक है नहीं? ਸੋ ਇਸ ਕਰਕੇ ਇਹ ਕਾਫੀ ਟਾਈਮ ਲੱਗ ਜਾਂਦਾ, 6 ਸਾਲ ਲੱਗ ਜਾਂਦੇ ਆ 1 ਮਿਲੀਮੀਟਰ ਹੋਣ ਨੂੰ। ਜੀ ਸਰ ਥੈਂਕ ਯੂ। ਤੇ ਸਰ ਇਹਦੇ ਲਈ ਫਿਰ ਜਿਵੇਂ ਕਿ ਤੁਸੀਂ ਦੱਸਿਆ ਕਿ ਇੰਨੇ ਸਾਰਾ ਟਾਈਮ ਇਹਨੂੰ ਲੱਗ ਜਾਂਦਾ 10 ਸਾਲ। ਇਸ ਵੇਲੇ ਹੋਵੇ ਜਦੋਂ ਉਦੋਂ ਹੀ ਨਹੀਂ, ਇਹ ਹਰ ਇੱਕ ਨੂੰ ਇਹ ਮਤਲਬ ਆਪਣਾ ਲਾਈਫ ਸਟਾਈਲ ਪਹਿਲਾਂ ਤੋਂ ਹੀ ਰੱਖਣਾ ਚਾਹੀਦਾ ਜਿਹੜਾ ਕਿ ਮਤਲਬ ਸਾਡੀ ਬੋਡੀ ਨੂੰ ਵੀ ਠੀਕ ਰੱਖੇ, ਸਾਡੀ ਸਿਹਤ ਨੂੰ ਵੀ ਠੀਕ ਰੱਖੇ ਔਰ ਇਦਾਂ ਦੀ ਕੋਈ ਵੀ ਚੀਜ਼ ਜਿਹੜੀ ਹੈਗੀ ਆ ਉਹ ਸਾਡੇ ਤੇ ਹਮਲਾ ਨਾ ਕਰ ਸਕੇ। ਜਿੱਦਾਂ ਇਮਿਊਨਿਟੀ ਜ਼ਰੂਰੀ ਹੈਗੀ ਆ, ਇਹਦੇ ਵਿੱਚ ਵੀ ਇਮਿਊਨਿਟੀ ਆ। ਇਮਿਊਨਿਟੀ ਸਾਡੀ ਜਿਹੜੀ ਆ ਉਹ ਜਿਹੜੇ ਕੈਂਸਰ ਸੈਲਸ ਵੀ ਆ ਇੱਕ ਤਰ੍ਹਾਂ ਦੇ ਫੋਰਨ ਹੋ ਜਾਂਦੇ ਆ। ਫੋਰਨ ਸਬਸਟੈਂਸ ਕੋਈ ਵੀ ਆ ਸਾਡੀ ਇਮਿਊਨਿਟੀ ਉਹਦੇ ਤੇ ਵਰਕ ਕਰਦੀ ਹੈਗੀ ਆ। ਜਿੱਦਾਂ ਕੋਈ ਬੈਕਟੀਰੀਆ ਫੋਰਨ ਹੁੰਦਾ ਜਾਂ ਵਾਇਰਸ ਫੋਰਨ ਹੁੰਦਾ ਉਹ ਸਾਡੀ ਬੋਡੀ 'ਚ ਵੜ ਗਿਆ, ਇਸ ਤਰ੍ਹਾਂ ਜਦੋਂ ਅਬਨੋਰਮਲ ਕੈਂਸਰ ਸੈਲਸ ਹੈਗੇ ਆ ਬੋਡੀ ਨੇ ਉਹਨੂੰ ਵੀ ਕੱਢਣਾ ਆ। ਉਹ ਵੀ ਬੋਡੀ ਲਈ ਜ਼ਰੂਰੀ ਨਹੀਂ ਹੈ, ਉਹਨੂੰ ਵੀ ਕਿਲਰ ਸੈਲਸ ਹੁੰਦੇ ਆ ਇਮਿਊਨਿਟੀ ਦੇ ਵਿੱਚ, ਉਹ ਉਹਨੂੰ ਖਤਮ ਕਰਦੇ ਹੈਗੇ ਆ। ਜੀ ਸਰ। ਡਾਕਟਰ ਸਾਹਿਬ ਮੇਰਾ ਇੱਕ ਕੁਐਸਚਨ ਹੈ। ਹਾਂਜੀ ਡਾਕਟਰ ਸਾਹਿਬ ਜੇ ਆਪਣੀ ਇਮਿਊਨਿਟੀ ਤੇਜ਼ ਹੋਵੇ ਬੰਦਾ ਕਿੰਨਾ ਕੁ ਚਿਰ ਕੱਢ ਸਕਦਾ ਕੈਂਸਰ ਦਾ ਨਾਂ ਵੀ ਪਤਾ ਹੋਵੇ ਆਪਾਂ ਨੂੰ ਕਿ ਕੈਂਸਰ ਆਪਾਂ ਨੂੰ ਹੈਗਾ? ਇਮਿਊਨਿਟੀ ਜੇ ਸਟਰੋਂਗ ਹੈਗੀ ਆ ਤਾਂ ਫੇਰ ਕੈਂਸਰ ਹੁੰਦਾ ਹੀ ਨਹੀਂ ਹੈ। ਇਹ ਕਿੱਦਾਂ ਕੈਂਸਰ ਹੋਊਗਾ? ਕੈਂਸਰ ਐਕਚੁਅਲੀ ਕੈਂਸਰ ਸੈਲਸ ਜਿਹੜੇ ਹੈਗੇ ਆ ਨਾ ਉਹ ਤਾਂ ਹਰੇਕ ਇਨਸਾਨ ਦੇ ਬੋਡੀ ਦੇ ਵਿੱਚ 1000 ਸੈੱਲ ਤਾਂ ਹਰੇਕ ਦੇ ਹੁੰਦਾ, ਪਰ ਉਹ ਵੱਧਦੇ ਨਹੀਂ ਹੈ ਕਿਉਂਕਿ ਉਹਨਾਂ ਨੂੰ ਕੰਟੀਨਿਊਸਲੀ ਸਾਡੀ ਜਿਹੜੀ ਇਮਿਊਨਿਟੀ ਨਾਰਮਲ ਹੈਗੀ ਇਮਿਊਨਿਟੀ ਆ ਉਹ ਉਹਨੂੰ ਖਤਮ ਕਰੀ ਜਾਂਦੀ ਆ ਨਾਲੋਂ ਨਾਲ ਹੀ। ਹਾਂਜੀ ਡਾਕਟਰ ਸਾਹਿਬ। ਜੀ ਡਾਕਟਰ ਸਾਹਿਬ ਥੈਂਕ ਯੂ। ਜਿੰਨੇ ਵੀ ਡਾਕਟਰ ਸਾਹਿਬ ਨੇ ਅੱਜ ਸਾਈਨ ਵਾਰਨਿੰਗਸ ਔਰ ਕਿੰਨੀਆਂ ਚੀਜ਼ਾਂ ਅਵੋਇਡ ਕਰਨ ਨੂੰ ਦੱਸੀਆਂ ਔਰ ਲਾਈਫ ਸਟਾਈਲ ਅਪਣਾਉਣ ਨੂੰ ਜਿਹੜਾ ਦੱਸਿਆ, ਹੋਪ ਤੁਸੀਂ ਸਾਰਿਆਂ ਨੇ ਸਹੀ ਤਰੀਕੇ ਨਾਲ ਉਹਨੂੰ ਸੁਣਿਆ ਹੋਊਗਾ, ਉਹਦੇ ਨੋਟਸ ਰੈਡੀ ਕੀਤੇ ਹੋਗੇ। ਫਿਰ ਵੀ ਅਗਰ ਤੁਹਾਡਾ ਕੋਈ ਪੁਆਇੰਟ ਛੁੱਟਦਾ ਹੈਗਾ ਆ ਤੇ YouTube ਤੇ ਜਾ ਕੇ ਤੁਸੀਂ ਇਹਦੀ ਰਿਕਾਰਡਿੰਗ ਨੂੰ ਦੁਬਾਰਾ ਸੁਣ ਸਕਦੇ ਹੋ। ਤੇ ਜਿੰਨੇ ਵੀ ਤੁਹਾਡੇ ਅੱਜ ਦੇ ਟੌਪਿਕ ਦੇ ਰਿਗਾਰਡਿੰਗ ਕੁਐਸਚਨ ਸੀ ਡਾਕਟਰ ਸਾਹਿਬ ਨੇ ਬਹੁਤ ਅੱਛੇ ਤਰੀਕੇ ਨਾਲ ਉਹਨਾਂ ਨੂੰ ਆਨਸਰ ਕਰ ਦਿੱਤਾ ਔਰ ਬਹੁਤ ਹੀ ਕਲੀਅਰਲੀ ਡਾਕਟਰ ਸਾਹਿਬ ਸਾਰਾ ਟੌਪਿਕ ਜਿਹੜਾ ਹੈਗਾ ਆ ਕਿ ਆਪਾਂ ਕੈਂਸਰ ਬਾਰੇ ਕੀ ਜਾਣਦੇ ਹਾਂ ਸਾਰੇ ਤਰੀਕਾ ਸਾਨੂੰ ਸਮਝ ਲੱਗਿਆ ਔਰ ਨੈਕਸਟ ਟੌਪਿਕ 'ਚ ਆਪਾਂ ਜ਼ਰੂਰ ਇਹਦੇ ਡਿਫਰੈਂਟ ਟਾਈਪਸ ਆਫ ਜਿਹੜੇ ਵੀ ਕੈਂਸਰ ਹੈਗੇ ਆ ਉਹਨਾਂ ਨੂੰ ਲੈ ਕੇ ਆਵਾਂਗੇ। ਤੇ ਥੈਂਕ ਯੂ ਡਾਕਟਰ ਸਾਹਿਬ। ਸ਼ੁਕਰੀਆ ਜੀ। Thank you to all of you. Good evening to all of you. Good evening, Dr. Saab.